ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਸ਼੍ਰੀ ਅੰਮ੍ਰਿਤਸਰ ਕੀ ਕਾਰ, ਗੁਰ ਆਗਿਆ ਕੋ ਸਿਰ ਪਰ ਧਾਰ। ਕਰਵਾਵਹਿ ਪੂਰਬ ਖਨਵਾਏ, ਪਾਕ ਈਟਕਾਂ ਸੋਚਨਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ, ਸੋਧਾਰਾ ਰਾਜ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਹੁਣ ਮਨ ਬਿਰਤੀਆਂ ਨੂੰ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜ ਲਵੋ। ਇਕਾਗਰ ਚਿੱਤ ਹੋ ਕੇ ਸਤਿਗੁਰਾਂ ਦੀ ਪਾਵਨ ਕਥਾ ਦਾ ਆਨੰਦ ਮਾਣੀਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਦੁਬਾਰਾ ਸ਼ੁਰੂ ਹੋਈ ਹੈ। ਪਹਿਲਾਂ ਗੁਰੂ ਰਾਮਦਾਸ ਜੀ ਸ਼ੁਰੂ ਕਰਵਾਈ ਸੀ, ਪਰ ਥੋੜ੍ਹੀ ਹੀ ਸੇਵਾ ਹੋਈ ਸੀ ਤੇ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੇ ਬੁਲਾ ਲਿਆ ਸੀ ਤੇ ਸਤਿਗੁਰੂ ਰਾਮਦਾਸ ਜੀ ਮਹਾਰਾਜ ਉਹ ਸੇਵਾ ਵਿੱਚ ਕਰਾ ਕੇ ਉਸ ਤੋਂ ਬਾਅਦ ਸੇਵਾ ਪੂਰਨ ਨਹੀਂ ਕਰਾ ਸਕੇ। ਤੋ ਉਹ ਦੁਬਾਰਾ ਹੁਣ ਸੇਵਾ ਜਿਹੜੀ ਹੈ, ਬੀਬੀ ਰਜਨੀ ਨੇ ਆ ਕੇ ਉੱਥੇ ਜੋ ਉਹਦੇ ਪਤੀ ਨੇ ਇਸ਼ਨਾਨ ਕੀਤਾ ਤੇ ਉਹ ਠੀਕ ਹੋਇਆ ਤੇ ਫਿਰ ਗੁਰੂ ਸਾਹਿਬ ਨੇ ਸੇਵਾ ਸ਼ੁਰੂ ਕੀਤੀ। ਸੰਤੋਖ ਸਰ ਦੀ ਸੇਵਾ ਚੱਲ ਰਹੀ ਸੀ, ਉਹਦੇ ਬਾਰੇ ਬਚਨ ਹੋਇਆ ਵੀ ਸਮਾਂ ਪਾ ਕੇ ਇਹ ਸਰੋਵਰ ਵੀ ਪੱਕਾ ਬਣ ਜਾਏਗਾ। ਸੰਗਤਾਂ ਇੱਥੇ ਵੀ ਇਸ਼ਨਾਨ ਕਰਕੇ ਸੰਤੋਖ ਨੂੰ ਪ੍ਰਾਪਤ ਹੋਣਗੀਆਂ। ਇੱਥੇ ਜਿਹੜੇ ਸਿੱਖ ਇਸ਼ਨਾਨ ਕਰਨਗੇ, ਰਹਿਣਗੇ, ਸੇਵਾ ਕਰਨਗੇ, ਉਹਨਾਂ ਨੂੰ ਸੰਤੋਖ ਬਿਰਤੀ ਪ੍ਰਾਪਤ ਹੋਵੇਗੀ। ਐਸੇ ਵਰ ਦਿੱਤੇ ਗੁਰੂ ਸਾਹਿਬ ਜੀ ਨੇ। ਹੁਣ ਇਸ ਤੋਂ ਬਾਅਦ ਅੰਮ੍ਰਿਤਸਰ ਦੀ ਸੇਵਾ ਸ਼ੁਰੂ ਕਰਾਈ ਹੈ। ਆਓ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਸ਼੍ਰੀ ਅੰਮ੍ਰਿਤਸਰ ਕੀ ਕਾਰ। ਮਹਾਰਾਜ ਸਾਹਿਬ ਜੀ ਬਚਨ ਕਰ ਰਹੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਹੁਣ ਅੰਮ੍ਰਿਤਸਰ ਦੀ ਸੇਵਾ ਕਰਾਈਏ। ਗੁਰ ਆਗਿਆ ਕੋ ਸਿਰ ਪਰ ਧਾਰ। ਇਹ ਸਤਿਗੁਰੂ ਜੀ ਦੀ ਆਗਿਆ ਹੈ। ਮਹਾਰਾਜ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਦੀ ਇਸ ਗੁਰੂ ਦੀ ਆਗਿਆ ਨੂੰ ਅਸੀਂ ਸਿਰ ਮੱਥੇ ਤੇ ਮੰਨੀਏ। ਕਰਵਾਵਹਿ ਪੂਰਬ ਖਨਵਾਏ। ਪਹਿਲਾਂ ਅੰਮ੍ਰਿਤਸਰ ਦੀ ਖੁਦਾਈ ਕਰਾਵਾਂਗੇ, ਅੰਮ੍ਰਿਤਸਰ ਸਰੋਵਰ ਪੱਕਾ ਕਰਾਵਾਂਗੇ, ਫਿਰ ਸੰਤੋਖਸਰ ਬਣੇਗਾ। ਹਾਂਜੀ। ਪਾਕ ਈਟਕਾਂ ਸੋਚਨਵਾਏ। ਪੱਕੀਆਂ ਇੱਟਾਂ ਦੇ ਨਾਲ ਇਹਦੀ ਚਿਣਾਈ ਹੋਵੇਗੀ। ਹਾਂਜੀ। ਹਰਮੰਦਰ ਸੁੰਦਰ ਸਿਰਜਾ ਹੈ। ਔਰ ਫਿਰ ਇਹਦੇ ਵਿੱਚ ਸਮਾਂ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਵੇਗੀ। ਹਾਂਜੀ। ਗੁਰ ਦਰਬਾਰ ਸਦਾ ਜਹ ਹੋਇਆ ਹੈ। ਜਿੱਥੇ ਸਦਾ ਲਈ ਗੁਰੂ ਦਾ ਦਰਬਾਰ ਸਜਿਆ ਕਰੇਗਾ, ਕੀਰਤਨ ਹੋਇਆ ਕਰੇਗਾ, ਅੱਠੇ ਪੈਰ ਪਰਮੇਸ਼ਰ ਦੀ ਸਿਫਤ ਹੋਇਆ ਕਰੇਗੀ, ਐਸਾ ਦਰਬਾਰ ਬਣੇਗਾ। ਹਾਂਜੀ। ਏਮ ਕਹਿ ਸ਼੍ਰੀ ਗੁਰ ਕਿਰਪਾ ਨਿਧਾਨ। ਇਸ ਤਰ੍ਹਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਹਨ। ਚਿਤ ਮਹਿ ਚਾਹੈ ਬਨਹਿ ਸੁਪਾਨਾ। ਮਹਾਰਾਜ ਚਾਹੁੰਦੇ ਆ ਵੀ ਪੱਕੀਆਂ ਪੌੜੀਆਂ ਵਾਲਾ ਸਰੋਵਰ ਤਿਆਰ ਕਰੀਏ। ਉਹਨਾਂ ਦਿਨਾਂ ਵਿੱਚ ਵੈਸੇ ਤਾਂ ਤਲਾਬ ਲੋਕ ਪੱਟ ਲੈਂਦੇ ਸਨ, ਖੋਦ ਲੈਂਦੇ ਸਨ। ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਪਣੇ ਆਪਣੇ ਪਿੰਡਾਂ ਵਿੱਚ ਪਹਿਲੇ ਜ਼ਮਾਨਿਆਂ ਵਿੱਚ ਤਲਾਬ ਜ਼ਰੂਰ ਬਣਾਉਂਦੇ ਸਨ। ਪੰਜਾਬ ਦੇ ਲਗਭਗ ਸਾਰੇ ਪਿੰਡਾਂ ਵਿੱਚ ਛੱਪੜ, ਜੋੜ, ਤਲਾਬ ਹੁੰਦੇ ਸਨ, ਪਰ ਉਹ ਕੱਚੇ ਹੁੰਦੇ ਸਨ। ਯਾਨੀ ਮਿੱਟੀ ਪੁੱਟ ਲੈਣੀ ਤੇ ਬਰਸਾਤ ਦਾ ਪਾਣੀ ਵਿੱਚ ਰੁਕਦੇ ਰਹਿਣਾ ਤੇ ਪਸ਼ੂ ਵੀ ਨਹਾ ਲੈਂਦੇ, ਬੰਦੇ ਵੀ ਨਹਾ ਲੈਂਦੇ ਸਨ। ਜੇ ਕਿਤੇ ਕੋਈ ਮੁਸੀਬਤ ਪਵੇ ਉਹ ਪਾਣੀ ਲੋਕ ਵਰਤ ਲੈਂਦੇ ਸਨ। ਪਰ ਪੱਕੇ ਸਰੋਵਰ ਬਣਾਉਣੇ ਉਸ ਜ਼ਮਾਨੇ 'ਚ ਬੜੇ ਔਖੇ ਸਨ। ਪੈਸਾ ਬਹੁਤ ਲੱਗਦਾ ਸੀ। ਇੱਟਾਂ ਪਕਾ ਪਕਾ ਕੇ ਉਹਦੇ ਆਲੇ ਦੁਆਲੇ ਪੌੜੀਆਂ ਬਣਾਉਣੀਆਂ, ਇਹ ਕੋਈ ਬਹੁਤ ਰਾਜੇ ਮਹਾਰਾਜੇ ਭਾਵੇਂ ਕਰ ਲੈਣ, ਆਮ ਲੋਕ ਨਹੀਂ ਸੀ ਕਰ ਸਕਦੇ। ਤੇ ਗੁਰੂ ਸਾਹਿਬ ਜੀ ਮਹਾਰਾਜ ਬਚਨ ਕਰਦੇ ਵੀ ਅਸੀਂ ਸਰੋਵਰ ਪੱਕਾ ਬਣਾਵਾਂਗੇ, ਚਾਰੇ ਪਾਸਿਓਂ ਪੌੜ ਬਣਨਗੇ ਤੇ ਵਿੱਚ ਹਰਿਮੰਦਰ ਸਾਹਿਬ ਬਣੇਗਾ। ਇਹ ਗੁਰੂ ਅਰਜਨ ਦੇਵ ਜੀ ਨੇ ਫੈਸਲਾ ਕੀਤਾ ਹੈ। ਹਾਂਜੀ। ਨਿਤ ਪ੍ਰਤ ਬੈਠੇ ਹੈ ਤਟ ਪਰ ਜਾਏ। ਹੁਣ ਮਹਾਰਾਜ ਰੋਜ਼ ਸਰੋਵਰ ਦੇ ਕੰਢੇ ਤੇ ਜਾ ਕੇ ਬੈਠ ਜਾਂਦੇ ਆ
ਤੇ ਸੰਗਤਾਂ ਸੇਵਾ ਲੱਗ ਜਾਂਦੀਆਂ ਹਨ। ਹਾਂਜੀ, ਸੰਗਤ ਸਗਰੀ ਸੇਵ ਕਮਾਏ। ਸਾਰੀ ਸੰਗਤ ਖੁਦਾਈ ਕਰਦੀ ਹੈ। ਕਈਆਂ ਦੇ ਨਾਲ ਮਿੱਟੀ ਪੁੱਟਦੇ ਹਨ, ਟੋਕਰਿਆਂ ਵਿੱਚ ਪਾ ਕੇ, ਬਾਟਿਆਂ ਵਿੱਚ ਪਾ ਕੇ ਮਿੱਟੀ ਬਾਹਰ ਸਿੱਟਦੇ ਹਨ। ਖਨ ਖਨ ਮ੍ਰਿਤਕਾ ਬਾਹਰ ਨਿਕਰ ਹੈ। ਔਰ ਮਿੱਟੀ ਨੂੰ ਪੱਟ ਕੇ ਕਈਆਂ ਦੇ ਨਾਲ ਟੋਕਰੀਆਂ 'ਚ ਪਾਉਂਦੇ ਹਨ। ਉਸ ਜ਼ਮਾਨੇ 'ਚ ਅਜੇ ਵੀ ਪੰਜਾਬ ਦੇ ਵਿੱਚ ਤੁਸੀਂ ਦੇਖੀਆਂ ਹੋਣੀਆਂ, ਤੂਤਾਂ ਦੀਆਂ ਛੜੀਆਂ ਦੇ ਟੋਕਰੇ ਬਣਦੇ, ਉਹਨਾਂ ਦੇ ਵਿੱਚ ਮਿੱਟੀ ਬਾਹਰ ਪਾ ਕੇ ਲੋਕ ਸੁੱਟਦੇ। ਸੋ ਇਸ ਤਰ੍ਹਾਂ ਮਿੱਟੀ ਪੁੱਟ ਕੇ ਬਾਹਰ ਸੁੱਟਦੇ ਹਨ ਗੁਰੂ ਕੇ ਸਿੱਖ। ਹਾਂਜੀ, ਧਰ ਸ਼ਰਧਾ ਗੁਰ ਧਨ ਉਚਾਰ ਹੈ। ਔਰ ਸ਼ਰਧਾ ਨਾਲ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਇਹ ਗੁਰੂ ਰਾਮਦਾਸ ਦਾ ਸਰੋਵਰ ਹੈ। ਉਹਨਾਂ ਦਾ ਨਾਮ ਲੈ ਕੇ ਸੰਗਤਾਂ ਸੇਵਾ ਕਰਦੀਆਂ ਹਨ। ਚੌਪਈ ਕੇਤਕ ਸਿੱਖ ਸਾਖੀ ਇਹੋ ਕਹੈ। ਭਾਈ ਸੰਤੋਖ ਸਿੰਘ ਜੀ ਹੁਣ ਆਪਣੇ ਵੱਲੋਂ ਇਹ ਨੋਟਿਸ ਦੇ ਰਹੇ ਨੇ। ਕਹਿੰਦੇ ਕੁਝ ਸਿੱਖ ਇਸ ਤਰ੍ਹਾਂ ਵੀ ਸਾਖੀ ਦੱਸਦੇ ਹਨ। ਸ਼੍ਰੀ ਗੁਰੂ ਰਾਮਦਾਸ ਤੇ ਲਹੈ। ਜਿਹੜੀ ਬੀਬੀ ਰਜਨੀ ਵਾਲੀ ਸਾਖੀ ਹੈ, ਉਹਦੇ ਪਿੰਗਲੇ ਪਤੀ ਵਾਲੀ ਹੈ। ਬਹੁਤੇ ਸਿੱਖ ਗੁਰੂ ਰਾਮਦਾਸ ਜੀ ਤੋਂ ਕਹਿੰਦੇ ਹਨ ਵੀ ਇਹ ਗੁਰੂ ਰਾਮਦਾਸ ਦੇ ਸਮੇਂ ਸਾਖੀ ਹੋਈ ਸੀ। ਹਾਂਜੀ, ਨਿਕਸਿਓ ਜੋਗੀ ਤਿਨ ਹੋ ਹਦੂਰ। ਤੇ ਉਹਨਾਂ ਦੇ ਹਜੂਰ ਹੀ ਜੋਗੀ ਸੰਤੋਖ ਸਰ ਚੋਂ ਨਿਕਲਿਆ ਸੀ। ਇਹ ਸਾਖੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਸਾਹਿਬ ਨੇ ਲਿਖੀ, ਭਾਈ ਸੰਤੋਖ ਸਿੰਘ ਜੀ ਹੋਰਾਂ ਨੇ। ਪਰ ਆਮ ਜਿਹੜੇ ਲੋਕ ਹਨ ਉਹ ਪੁਰਾਣੇ ਸਮਿਆਂ ਤੋਂ ਦੋ ਤਰ੍ਹਾਂ ਦੀ ਇਹਦੇ ਬਾਰੇ ਰਾਏ ਦਿੰਦੇ ਹਨ। ਭਾਈ ਸਾਹਿਬ ਵੀ ਲਿਖ ਰਹੇ ਨੇ ਵੀ ਕੁਝ ਸਿੱਖ ਇਉਂ ਕਹਿੰਦੇ ਹਨ ਵੀ ਇਹ ਗੁਰੂ ਰਾਮਦਾਸ ਜੀ ਦੇ ਸਮੇਂ ਜੋਗੀ ਵਾਲੀ ਅਤੇ ਬੀਬੀ ਰਜਨੀ ਵਾਲੀ ਸਾਖੀ ਹੋਈ ਸੀ। ਹਾਂਜੀ, ਪਿੰਗਲ ਕੋ ਦੁਖ ਹੋਇਓ ਦੂਰ। ਪਿੰਗਲੇ ਦਾ ਦੁੱਖ ਵੀ ਉਹਨਾਂ ਦੇ ਸਮੇਂ, ਗੁਰੂ ਰਾਮਦਾਸ ਦੇ ਸਮੇਂ ਦੂਰ ਹੋਇਆ ਸੀ। ਹਾਂਜੀ, ਪ੍ਰਸ਼ਨ ਉਤਰ ਇਸ ਕੇ ਹਿਤ ਕਰਨਾ। ਭਾਈ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹਦੇ ਮਸਲੇ ਉੱਤੇ, ਇਸ ਗੱਲ ਉੱਤੇ ਕਿਸੇ ਤਰ੍ਹਾਂ ਦੀ ਡਿਬੇਟ ਕਰਨੀ, ਬਹਿਸ ਕਰਨੀ, ਪ੍ਰਸ਼ਨੋਤਰ ਸਵਾਲ ਜਵਾਬ ਕਰਨੇ, ਸੋ ਮੈਂ ਨਹੀਂ ਗ੍ਰੰਥ ਮਹਿ ਵਰਣਨ। ਉਹ ਮੈਂ ਇਸ ਗ੍ਰੰਥ ਦੇ ਵਿੱਚ ਵਰਣਨ ਕਰਨਾ ਠੀਕ ਨਹੀਂ ਸਮਝਦਾ। ਕਿਉਂਕਿ ਇਹ ਗ੍ਰੰਥ ਹੈ ਗੁਰੂ ਦੇ ਜਸ ਵਾਲਾ। ਇਹਦੇ ਵਿੱਚ ਇਹੋ ਜਿਹੀਆਂ ਬਹਿਸਾਂ ਕਰਨੀਆਂ ਵੀ ਕਿਹੜੀ ਗੱਲ ਕਿਵੇਂ ਹੋਈ ਕਿ ਨਹੀਂ ਹੋਈ, ਬਹੁਤਾ ਲੰਮਾ ਚੌੜਾ ਵਿਸਥਾਰ ਅਸੀਂ ਨਹੀਂ ਕਰਦੇ। ਹਾਂਜੀ, ਬਿਨਾ ਖੰਨੇ ਜਲ ਕੈਸੇ ਤਹਾਂ। ਸਾਡਾ ਸਾਡਾ ਇੱਕੋ ਹੀ ਇਹ ਸਵਾਲ ਹੈ ਵੀ ਜੇ ਬੀਬੀ ਰਜਨੀ ਦਾ ਪਤੀ ਉੱਥੇ ਇਸ਼ਨਾਨ ਕਰਦਾ ਹੈ ਤਾਂ ਉੱਥੇ ਜਲ ਸੀਗਾ, ਤੇ ਜੇ ਜਲ ਸੀ ਤੇ ਗੁਰੂ ਰਾਮਦਾਸ ਦੇ ਸਮੇਂ ਦੇ ਪਾਣੀ ਉੱਥੇ ਹੈ ਨਹੀਂ ਸੀ, ਉੱਥੇ ਖੁਦਾਈ ਹੋਈ ਨਹੀਂ ਸੀ, ਉਦੋਂ ਫਿਰ ਕਿਵੇਂ ਇਸ਼ਨਾਨ ਕਰ ਲਿਆ? ਯਾਨੀ ਇਹਦਾ ਮਤਲਬ ਇਹ ਹੈ ਵੀ ਖੁਦਾਈ ਗੁਰੂ ਰਾਮਦਾਸ ਦੇ ਸਮੇਂ ਹੋ ਗਈ ਸੀ। ਥੋੜਾ ਜਿਹਾ ਉੱਥੇ ਪਾਣੀ ਰੁਕਿਆ ਹੋਇਆ ਸੀ, ਭਾਵੇਂ ਉਹ ਬਰਸਾਤ ਦਾ ਹੀ ਪਾਣੀ ਸੀ, ਡੂੰਘੀ ਥਾਂ ਤੇ ਰੁਕਿਆ ਸੀ, ਤੇ ਉਹਦੇ ਵਿੱਚ ਹੀ ਸਤਿਗੁਰੂ ਅਰਜਨ ਦੇਵ ਜੀ ਦੇ ਸਮੇਂ ਬੀਬੀ ਰਜਨੀ ਦਾ ਪਤੀ ਰਾਜੀ ਹੋਇਆ ਇਸ਼ਨਾਨ ਕਰਕੇ। ਹਾਂਜੀ, ਇਤਿਆਦਿਕ ਤਰਕਨ ਕਨ ਮਹਾ। ਇਹ ਕਈ ਤਰ੍ਹਾਂ ਦੀਆਂ ਤਰਕਾਂ ਉੱਠਦੀਆਂ ਹਨ। ਉਹਨਾਂ ਤਰਕਾਂ ਦਾ ਇਹੀ ਜਵਾਬ ਹੈ ਵੀ ਇਹ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਹੋਈ ਹੈ। ਹਾਂਜੀ, ਜੇ ਗੁਰੂ ਰਾਮਦਾਸ ਤੇ ਹੋਵਾ। ਜੇਕਰ ਸਤਿਗੁਰੂ ਰਾਮਦਾਸ ਜੀ ਦੇ ਸਮੇਂ ਵੀ ਹੋਈ ਹੋਵੇ ਮੰਨ ਲਓ। ਹਾਂਜੀ, ਤਾਂ ਵੀ ਇਸ਼ਟਾਪਤ ਹਮ ਜੋਗਾ। ਤਾਂ ਵੀ ਸਾਨੂੰ ਪ੍ਰਵਾਨ ਹੈ। ਕਿਉਂ ਕਿ ਗੁਰੂ ਮਹਾਰਾਜ ਦੀ ਖੇਡ ਜੋ ਵੀ ਵਾਪਰੀ ਹੈ ਉਹ ਸਾਡੇ ਭਲੇ ਦੀ ਵਾਪਰੀ ਹੈ। ਵਾਲ ਦੀ ਖੱਲ ਨਹੀਂ ਲਾਣੀ ਚਾਹੀਦੀ। ਜਿਹੜੇ ਮਹਾਂਪੁਰਸ਼ ਹੁੰਦੇ ਨਾ ਉਹ ਅੰਬ ਖਾਂਦੇ ਨੇ, ਪੇੜ ਨਹੀਂ ਗਿਣਦੇ। ਸਾਡੇ ਵਰਗੇ ਪੇੜ ਗਿਣਦੇ ਰਹਿੰਦੇ, ਕਿੱਦਾਂ ਹੋਇਆ ਜੀ, ਕਿਵੇਂ ਹੋਇਆ ਜੀ। ਉਹ ਸਿਹਾਰੀਆਂ ਬਿਹਾਰੀਆਂ ਦੇ ਮਗਰ ਹੀ ਕਈ ਪਏ ਰਹਿੰਦੇ ਆ। ਪਰ ਜਿਹੜੇ ਅਸਲ ਗੁਰੂ ਕੇ ਪਿਆਰੇ ਉਹ ਗੁਰਬਾਣੀ ਦਾ ਰਸ ਮਾਣਦੇ ਆ। ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ ਕਿਹੜੇ ਟਾਈਮ ਤੇ ਕੀ ਹੋਇਆ ਸੀ, ਕਿਹੜੇ ਟਾਈਮ ਤੇ। ਉਹ ਕਹਿੰਦੇ ਵੀ ਜੋ ਵੀ ਹੋਇਆ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਭਲੇ ਲਈ ਕੀਤਾ ਸੀ। ਇਸ ਕਰਕੇ ਆਪਣੇ ਭਲੇ ਲਈ ਜੋ ਹੋਇਆ ਉਹਨੂੰ ਵਰਤੋ, ਬਚਨ ਗੁਰੂ ਦੇ ਸੁਣੋ, ਆਨੰਦ ਮਾਣੋ। ਐਵੇਂ ਕੀ ਹੋਇਆ ਤੇ ਕੀ ਕੁਮ ਹੋਇਆ। ਭਾਈ ਵੀਰ ਸਿੰਘ ਜੀ ਬੜੇ ਸੋਹਣੇ ਬਚਨ ਲਿਖਦੇ ਨੇ, ਕੀ ਹੋਇਆ ਤੇ ਕੀ ਕੁਮ ਹੋਇਆ, ਖੱਪ ਖੱਪ ਮਰੇ ਸਿਆਣੇ, ਉਸ ਰਾਹ ਪਵੇਂ ਕਿਉਂ ਜਿੰਦੇ, ਜਿਸ ਰਾਹ ਪੂਰ ਮੁਹਾਣੇ, ਭਟਕਣ ਛੱਡ ਲਟਕਲਾ ਇੱਕੋ ਖੀਵੀ ਹੋ ਸੁਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਆ ਦੁਨਿਆਵੀ ਹੋਸ਼ਾਂ ਜਿਹੜੀਆਂ ਅਸੀਂ ਲਈ ਫਿਰਦੇ ਹਾਂ ਇਹਦੇ ਨਾਲੋਂ ਨਾਮ ਦੱਸਦੀ ਮਸਤੀ ਚੰਗੀ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਇਸ ਬਹਿਸ 'ਚ ਨਹੀਂ ਪੈਂਦੇ।
ਵੀ ਉਹ ਗੁਰੂ ਰਾਮਦਾਸ ਦੇ ਸਮੇਂ ਵਾਪਰੀ ਗੱਲ ਜਾਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਾਪਰੀ। ਜ਼ਿਆਦਾਤਰ ਮੰਨਣ 'ਚ ਆਉਂਦਾ ਵੀ ਉਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਾਪਰੀ, ਪਰ ਜੇ ਕੋਈ ਇੱਦਾਂ ਮੰਨਦਾ ਵੀ ਗੁਰੂ ਰਾਮਦਾਸ ਦੇ ਸਮੇਂ ਵਾਪਰੀ ਤਾਂ ਵੀ ਸਾਨੂੰ ਪ੍ਰਵਾਨ ਹੈ। ਹਾਂਜੀ, ਮਹਿਮਾ ਸਤਿਗੁਰ ਕੀ ਇਸ ਭਾਂਤ, ਕਿਉਂਕਿ ਉਹਦੇ 'ਚ ਦੋਵਾਂ ਗੱਲਾਂ 'ਚ ਮਹਿਮਾ ਗੁਰੂ ਦੀ ਹੈ। ਗੁਰੂ ਮਹਾਰਾਜ ਦਾ ਸਰੋਵਰ ਹੈ, ਉਹਦੀ ਵਡਿਆਈ ਹੈ। ਉਹ ਜਿਵੇਂ ਵੀ ਹੋਵੇ ਗੁਰੂ ਕੇ ਸਿੱਖਾਂ ਨੂੰ ਪ੍ਰੇਮ ਨਾਲ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਐਵੇਂ ਡੇਟਾਂ ਪਿੱਛੇ ਨਹੀਂ ਲੜਨਾ ਚਾਹੀਦਾ, ਜਿਵੇਂ ਅੱਜ ਕੱਲ੍ਹ ਸਾਡੇ ਭਰਾ ਤਰੀਕਾਂ ਪਿੱਛੇ ਹੀ ਲੜੀ ਜਾਂਦੇ। ਵੀ ਕਰਨਾ ਤਾਂ ਗੁਰੂ ਦਾ ਜਸ ਹੈ, ਭਾਵੇਂ ਅੱਜ ਕਰ ਲਓ ਭਾਵੇਂ 10 ਦਿਨ ਬਾਅਦ 'ਚ ਕਰ ਲਓ, ਕਰਨੀ ਤਾਂ ਗੁਰੂ ਦੀ ਵਡਿਆਈ ਹੈ। ਡਾਂਗੋ ਡਾਂਗੀ ਹੋਣ ਦਾ ਤਾਂ ਮਤਲਬ ਹੀ ਕੋਈ ਨਹੀਂ। ਦਿਨ ਸਾਰੇ ਸੂਰਜ ਨਾਲ ਚੜ੍ਹਨ ਨਾਲ ਚੜ੍ਹਦੇ ਨੇ ਤੇ ਸੂਰਜ ਦੇ ਛਿਪਣ ਨਾਲ ਛਿਪਦੇ ਨੇ। ਇਹ ਤਾਂ ਕੁਦਰਤ ਦਾ ਕੰਮ ਚੱਲ ਰਿਹਾ। ਇਹਨੂੰ ਆਪਾਂ ਐਵੇਂ ਹੀ ਲੜੀ ਜਾਈਏ ਜੀ ਫਲਾਣੀ ਡੇਟ ਨੂੰ ਆਹ ਕੰਮ ਹੋਇਆ ਕਿ ਇਸ ਨੂੰ ਹੋਇਆ ਕਿ ਉਸ ਨੂੰ ਹੋਇਆ। ਭਾਈ ਸਾਹਿਬ ਜੀ ਲਿਖਦੇ ਆ, ਇਹਨਾਂ ਬਹਿਸਾਂ 'ਚ ਪੈਣਾ ਮੇਰਾ ਪ੍ਰਯੋਜਨ ਨਹੀਂ, ਮੇਰਾ ਪ੍ਰਯੋਜਨ ਗੁਰੂ ਕਾ ਜਸ ਕਰਨਾ ਹੈ। ਹਾਂਜੀ, ਪਠਤ ਸੁਨਤ ਚਿਤ ਉਪਜਤ ਸ਼ਾਂਤ, ਹਾਂ, ਇਹੋ ਜਿਹਾ ਗੁਰੂ ਦਾ ਜਸ ਲਿਖੀਏ, ਇਹੋ ਜਿਹੀ ਗੁਰੂ ਦੀ ਵਡਿਆਈ ਕਰੀਏ ਜਿਹਨੂੰ ਪੜ੍ਹਦਿਆਂ ਹੋਇਆਂ ਤੇ ਸੁਣਦਿਆਂ ਮਨ ਵਿੱਚ ਸ਼ਾਂਤੀ ਪੈਦਾ ਹੋਵੇ। ਸਾਧ ਸੰਗਤ ਜੀ, ਕਥਾ ਜਾਂ ਕੀਰਤਨ ਇਹ ਕਾਹਦੇ ਵਾਸਤੇ ਹੁੰਦੇ ਹੈ? ਗੁਰਦੁਆਰੇ ਕਾਹਦੇ ਵਾਸਤੇ ਬਣਾਉਂਦੇ ਆਪਾਂ? ਲੜਨ ਵਾਸਤੇ ਕਿ ਲੋਕਾਂ ਦੇ ਦਿਮਾਗ ਵਿੱਚ ਗਰਮੀ ਪੈਦਾ ਕਰਨ ਵਾਸਤੇ, ਵੀ ਸਿੱਖ ਆਉਣ ਆਪਸ ਵਿੱਚ ਜੂੰਡੋ ਜੂੰਡੀ ਹੋਣ, ਡਾਂਗੋ ਡਾਂਗੀ ਹੋਣ। ਇਸ ਵਾਸਤੇ ਗੁਰਦੁਆਰੇ ਨਹੀਂ ਬਣੇ ਹੋਏ, ਇਸ ਵਾਸਤੇ ਕਥਾ ਨਹੀਂ ਹੁੰਦੀ, ਇਸ ਵਾਸਤੇ ਕੀਰਤਨ ਨਹੀਂ ਹੁੰਦਾ। ਕਥਾ ਕੀਰਤਨ ਗੁਰਬਾਣੀ ਦੀ, ਗੁਰੂ ਦੇ ਜਸ ਦੀ ਇਸ ਕਰਕੇ ਹੁੰਦੀ ਕਿ ਪੜ੍ਹਨ ਸੁਣਨ ਵਾਲਿਆਂ ਦਾ ਮਨ ਸ਼ਾਂਤ ਹੋਵੇ, ਆਨੰਦ ਆਵੇ, ਉਹਨਾਂ ਨੂੰ ਪ੍ਰਮਾਤਮਾ ਦੀ, ਪਰਮੇਸ਼ਰ ਦੀ, ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋਵੇ, ਉਹਨਾਂ ਦਾ ਮਨ ਅਕਾਲ ਪੁਰਖ ਨਾਲ ਜੁੜੇ। ਇਸ ਕਰਕੇ ਹੁੰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਮੇਰਾ ਪ੍ਰਯੋਜਨ ਇਹੀ ਹੈ ਵੀ ਮੈਂ ਆਪਣੇ ਗੁਰਦੇਵ ਸੱਚੇ ਪਾਤਸ਼ਾਹ ਜੀ ਦਾ ਉਹ ਇਤਿਹਾਸ ਲਿਖ ਜਾਵਾਂ ਜਿਸ ਨੂੰ ਰਹਿੰਦੀ ਦੁਨੀਆ ਦਾ ਗੁਰੂ ਕੇ ਸਿੰਘ ਪੜ੍ਹਦੇ ਰਹਿਣ, ਸੁਣਦੇ ਰਹਿਣ, ਮਨ ਸ਼ਾਂਤ ਰਵੇ ਉਹਨਾਂ ਦਾ। ਹਾਂਜੀ, ਗੁਰ ਜਸ ਕਰਨ ਹਮਾਰੋ ਆਸ਼ਾ, ਸਾਡਾ ਆਸ਼ਾ, ਸਾਡਾ ਪ੍ਰਯੋਜਨ ਇੱਕੋ ਹੀ ਹੈ। ਕਵੀ ਜੀ ਕਹਿੰਦੇ ਮੇਰਾ ਇੱਕੋ ਹੀ ਆਸ਼ਾ ਹੈ ਕਿ ਮੈਂ ਗੁਰੂ ਦਾ ਜਸ ਕਰਾਂ, ਮੈਂ ਗੁਰੂ ਦੇ ਜਸ ਵਿੱਚੋਂ ਬਹਿਸ਼ਾਂ ਨਹੀਂ ਛੇੜਨੀਆਂ। ਭਾਈ ਸਾਹਿਬ ਨੇ ਇੱਕ ਜਗ੍ਹਾ ਤੇ ਹੋਰ ਵੀ ਜ਼ਿਕਰ ਇੱਦਾਂ ਦਾ ਕੀਤਾ, ਉਹਨਾਂ ਨੂੰ ਲੋੜ ਪਈ ਜਦੋਂ ਚਮਕੌਰ ਦੀ ਗੜ੍ਹੀ ਵਿੱਚੋਂ 10ਵੇਂ ਪਾਤਸ਼ਾਹ ਖਾਲਸੇ ਨੂੰ ਗੁਰਤਾ ਗੱਦੀ ਦੇ ਕੇ ਨਿਕਲੇ, ਕਲਗੀ ਕਿਹਦੇ ਸਿਰ ਤੇ ਲਾਈ? ਭਾਈ ਸਾਹਿਬ ਜੀ ਕਹਿੰਦੇ, ਕੁਝ ਸਿੰਘ ਕਹਿੰਦੇ ਨੇ ਵੀ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਲਾਈ, ਕੁਝ ਸਿੰਘ ਕਹਿੰਦੇ ਨੇ ਭਾਈ ਸੰਤ ਸਿੰਘ ਜੀ ਦੇ ਸੀਸ ਤੇ ਲਾਈ। ਭਾਈ ਸਾਹਿਬ ਕਹਿੰਦੇ ਵੀ ਮੈਂ ਇਸ ਬਹਿਸ ਵਿੱਚ ਨਹੀਂ ਪੈਂਦਾ ਵੀ ਕਿਹਦੇ ਸਿਰ ਤੇ ਲਾਈ। ਖਾਲਸੇ ਨੂੰ ਕਲਗੀ ਦਿੱਤੀ, ਸਤਿਗੁਰ ਕੇ ਸਿੱਖ ਦੋਨੋਂ ਗੁਰਮੁਖ ਦੋਨੋਂ ਕੇ ਦਿਓ ਚਰਨ ਮਨਾਏ। ਭਾਵੇਂ ਭਾਈ ਸੰਤ ਸਿੰਘ ਜੀ ਹਨ, ਉਹ ਵੀ ਸਾਡੇ ਲਈ ਅਤੀ ਸਤਿਕਾਰਯੋਗ ਹਨ, ਭਾਵੇਂ ਭਾਈ ਸੰਗਤ ਸਿੰਘ ਜੀ ਹਨ, ਉਹ ਵੀ ਅਤੀ ਸਤਿਕਾਰਯੋਗ ਹਨ, ਕਿਉਂਕਿ ਗੁਰੂ ਕੇ ਸਿੱਖ ਹੀ ਹਨ। ਖਾਲਸੇ ਨੂੰ ਵੀ ਵਡਿਆਈ ਦਿੱਤੀ ਸੱਚੇ ਪਾਤਸ਼ਾਹ ਨੇ, ਅਸੀਂ ਦੋਵਾਂ ਨੂੰ ਹੀ ਨਮਸਕਾਰ ਕਰਦੇ ਨੇ। ਦੇਖੋ ਇਹ ਗੁਰਸਿੱਖਾਂ ਦੀ ਵਡਿਆਈ। ਜੇ ਸਾਡੇ ਵਰਗੇ ਹੋਣ ਤੇ ਅੱਜ ਕੱਲ੍ਹ ਟੈਲੀਵਿਜ਼ਨ ਤੇ ਫੇਸਬੁੱਕ ਤੇ ਇੰਟਰਨੈਟ ਤੇ ਲੜੀ ਜਾਣਾ, ਵੀ ਉਹਨੇ ਕਹਿਣਾ ਨਹੀਂ ਆਹ ਗੱਲ ਠੀਕ ਹੈ, ਦੂਜਾ ਕਹਿੰਦਾ ਉਹ ਗੱਲ ਠੀਕ ਹੈ। ਜਿਹੜਾ ਅਸਲ ਪ੍ਰਯੋਜਨ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ, ਉਹ ਭੁੱਲ ਹੀ ਜਾਣਾ। ਅਸਲ ਪ੍ਰਯੋਜਨ ਨੂੰ ਭੁੱਲ ਕੇ ਵਾਦ ਵਿਵਾਦ ਹੁੰਦੇ ਆ। ਤੇ ਜੇ ਸਾਧ ਸੰਗਤ ਦੀ ਸਾਡਾ ਨਿਸ਼ਾਨਾ ਇੱਕ ਹੋਵੇ, ਵਾਦ ਵਿਵਾਦ ਸਾਰੇ ਮਿਟ ਜਾਂਦੇ ਹਨ। ਕਵੀ ਦਾਸ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵਾਦ ਵਿਵਾਦਾਂ ਵਿੱਚ ਨਹੀਂ ਪੈਣਾ, ਵੀ ਇਹ ਸਾਖੀ ਸਤਿਗੁਰੂ ਰਾਮਦਾਸ ਜੀ ਦੇ ਸਮੇਂ ਹੋਈ ਜਾਂ ਗੁਰੂ ਅਰਜਨ ਦੇਵ ਜੀ ਦੇ, ਸਾਨੂੰ ਦੋਵੇਂ ਤਰ੍ਹਾਂ ਹੀ ਪ੍ਰਵਾਨ ਹੈ। ਹੋਈ ਜ਼ਰੂਰ ਹੈ, ਤਾਂ ਹੀ ਸ੍ਰੀ ਅੰਮ੍ਰਿਤਸਰ ਦਾ ਇਹ ਮਹਾਤਮ ਪ੍ਰਗਟ ਹੋਇਆ ਹੈ, ਤੀਰਥ ਪ੍ਰਗਟ ਹੋਇਆ ਮਹਾਨ ਅੰਮ੍ਰਿਤਸਰ ਸਾਹਿਬ। ਹਾਂਜੀ, ਸੂਰਜ ਸਮਝਗ ਮਹਾਪ੍ਰਕਾਸ਼ ਹੈ, ਗੁਰੂ ਦਾ ਜਸ ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਹੋਵੇ, ਸਾਰੀ ਦੁਨੀਆ ਵਿੱਚ ਗੁਰੂ ਦੀ ਜੈ ਜੈਕਾਰ ਹੋਵੇ, ਸਾਰੇ ਸਤਿਗੁਰਾਂ ਦੇ ਪ੍ਰੇਮੀ ਬਣਨ, ਗੁਰਬਾਣੀ ਪੜ੍ਹਨ, ਕਥਾ ਕੀਰਤਨ ਨਾਲ ਜੁੜਨ, ਇਹ ਸਾਡਾ ਪ੍ਰਯੋਜਨ ਹੈ। ਹਾਂਜੀ, ਸੰਸੈ ਉਡਗਨ ਭ੍ਰਮ ਤਮ ਨਾਸੀ, ਸੰਸੇ ਦੂਰ ਹੋ ਜਾਣ, ਭਰਮ ਦਾ ਹਨੇਰਾ ਦੂਰ ਹੋ ਜਾਵੇ। ਜਿਵੇਂ ਰਾਤ ਨੂੰ ਚਾਨਣੇ ਹਨੇਰਾ ਹੁੰਦਾ ਤੇ ਉਹਦੇ 'ਚ ਤਾਰੇ ਝਮਕਦੇ ਹਨ। ਸਾਧ ਸੰਗਤ ਜੀ, ਜਦੋਂ ਅਗਿਆਨਤਾ ਦਾ ਹਨੇਰਾ ਹੁੰਦਾ, ਅਗਿਆਨਤਾ ਦੇ ਹਨੇਰੇ ਦੇ ਵਿੱਚ
ਸੰਸਿਆਂ ਦੇ ਤਾਰੇ ਚਮਕਦੇ ਹਨ, ਨਿੱਕੇ ਨਿੱਕੇ ਸਵਾਲ ਉੱਠਦੇ ਰਹਿੰਦੇ, ਕਿੰਤੂ ਪਰੰਤੂ ਹੁੰਦੇ ਰਹਿੰਦੇ, ਗੱਲ ਸਮਝ ਨਹੀਂ ਆਉਂਦੀ। ਅਗਿਆਨਤਾ ਜੋ ਹੈ ਅੰਦਰ, ਜਦੋਂ ਗਿਆਨ ਪ੍ਰਕਾਸ਼ ਹੋ ਗਿਆ, ਜਦੋਂ ਅੰਦਰ ਗਿਆਨ ਪ੍ਰਕਾਸ਼ ਹੋ ਗਿਆ, ਉਦੋਂ ਸਾਰਾ ਹਨੇਰਾ ਖਤਮ ਹੋ ਜਾਂਦਾ। ਹਾਂਜੀ। ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਬਈ ਸੰਸਾਰ ਦੇ ਵਿੱਚ ਅਸੀਂ ਗਿਆਨ ਦਾ ਇਹ ਸੂਰਜ ਚੜ੍ਹਨਾ ਹੈ, ਤੇ ਜਿਹੜੇ ਗੁਰੂ ਕੇ ਸਿੱਖ ਇਹਦੇ ਆਨੰਦ ਲੈਣਗੇ ਉਹਨਾਂ ਦੇ ਅੰਦਰ ਪ੍ਰਕਾਸ਼ ਹੋਵੇਗਾ। ਹਾਂਜੀ। ਸ੍ਰੀ ਅੰਮ੍ਰਿਤਸਰ ਕਾਰ ਕੋ, ਸ੍ਰੀ ਅੰਮ੍ਰਿਤਸਰ ਦੀ ਕਾਰ ਸੇਵਾ ਸ਼ੁਰੂ ਹੋ ਗਈ ਹੈ। ਲੱਗੇ ਮਨੁੱਖ ਸਮੁਦਾਇ, ਬੜੇ ਗੁਰੂ ਕੇ ਪਿਆਰ ਵਾਲੇ ਸਿੱਖ ਸੇਵਾ 'ਚ ਲੱਗ ਗਏ ਹਨ। ਸਦਾ ਵਰਤ ਸ੍ਰੀ ਗੁਰ ਕਰਿਓ, ਮਹਾਰਾਜ ਨੇ ਸਦਾ ਵਰਤ ਲੰਗਰ ਲਾਤਾ, ਸੇਵਾ ਦਾ ਲੰਗਰ ਵੀ ਲੱਗ ਗਿਆ, ਸਿਮਰਨ ਦਾ ਲੰਗਰ ਵੀ ਲੱਗ ਗਿਆ, ਪ੍ਰਸ਼ਾਦੇ ਦਾ ਲੰਗਰ ਵੀ ਲੱਗ ਗਿਆ। ਉਧਰੋਂ ਲੰਗਰ ਪੱਕਦਾ, ਸੰਗਤਾਂ ਛਕੀ ਜਾਂਦੀਆਂ ਨੇ ਤੇ ਨਾਲ ਨਾਲ ਸੇਵਾ ਕਰੀ ਜਾਂਦੀਆਂ ਨੇ, ਤੇ ਸਾਰਿਆਂ ਦੀ ਰਸਨਾ ਦੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਦਾ ਸਿਮਰਨ ਚੱਲਦਾ। ਹਾਂਜੀ। ਕਰਹਿ ਕਾਮ ਨਾ ਪਾਏ, ਜਿਹੜੇ ਜਿਹੜੇ ਭਾਵਨਾ ਨਾਲ ਸ਼ਰਧਾ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਕਾਰ ਸੇਵਾ ਕਰਦੇ ਹਨ, ਸਾਰੀਆਂ ਮਨੋਕਾਮਨਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ। ਕੋਈ ਆਪਣੇ ਕੋਲੋਂ ਪ੍ਰਸ਼ਾਦਾ ਘਰੋਂ ਹੀ ਲੈ ਆਉਂਦੇ ਸਿੱਖ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਵੀ ਗੁਰੂ ਦੇ ਲੰਗਰ ਤੇ ਭਾਰ ਨਾ ਪਾਈ, ਇਹੋ ਜਿਹੇ ਸਿੱਖ ਵੀ ਹੁੰਦੇ ਆ। ਉਹ ਕਹਿੰਦੇ ਗੁਰੂ ਦੇ ਲੰਗਰ ਦੇ ਵਿੱਚ ਅਸੀਂ ਕੁਝ ਦੇ ਨਹੀਂ ਸਕਦੇ ਤੇ ਘੱਟੋ ਘੱਟ ਤੋਂ ਖਾਈਏ ਤਾਂ ਨਾ, ਇੱਦਾਂ ਦੇ ਵੀ ਹੁੰਦੇ। ਜਿੱਦਾਂ ਜਿੱਦਾਂ ਦੀ ਵੱਖਰੀ ਵੱਖਰੀ ਬਿਰਤੀ। ਇੱਕ ਮੈਂ ਹੋਰ ਬੇਨਤੀ ਕਰਾਂ ਪ੍ਰਸੰਗ ਬਸ, ਵੀ ਸਾਰਿਆਂ ਦੀ ਅਵਸਥਾ ਇੱਕੋ ਜਿਹੀ ਨਹੀਂ ਹੁੰਦੀ, ਸਾਰਿਆਂ ਉੱਤੇ ਇੱਕੋ ਜਿਹਾ ਕਾਨੂੰਨ, ਇੱਕੋ ਜਿਹੀ ਮਰਜ਼ਾਦਾ ਨਹੀਂ ਲਾਗੂ ਹੋ ਸਕਦੀ। ਆਪਾਂ ਕਹਿੰਦੇ ਸਾਰਿਆਂ ਦੀ ਇੱਕੋ ਡਾਂਗ ਧਰ ਦਿਓ ਵੀ ਇੱਦਾਂ ਹੀ ਕਰ ਬਈ ਤੂੰ। ਜਿੱਦਾਂ ਕੋਈ ਕਿਸੇ ਦੇ ਮਨ ਵਿੱਚ ਭਾਵਨਾ ਬਣਦੀ, ਉਹ ਉੱਦਾਂ ਗੁਰੂ ਨਾਲ ਵਰਤਦਾ। ਕਈ ਗੁਰੂ ਕੇ ਸਿੱਖ ਹਨ ਜਿਹੜੇ ਘਰੋਂ ਹੀ ਪ੍ਰਸ਼ਾਦਾ ਨਾਲ ਲੈ ਕੇ ਆਉਂਦੇ, ਉਹ ਕਹਿੰਦੇ 2 ਪ੍ਰਸ਼ਾਦੇ ਘਰੋਂ ਹੀ ਲੈ ਚੱਲੋ, ਸੇਵਾ ਕਰਾਂਗੇ, ਪ੍ਰਸ਼ਾਦਾ ਆਪਣੇ ਘਰ ਦਾ ਛਕਾਂਗੇ, ਗੁਰੂ ਦੇ ਲੰਗਰ ਤੇ ਕਾਹਨੂੰ ਸਿੱਖਾਂ ਨੂੰ ਖੇਚਲ ਦੇਣੀ ਹੈ। ਹਾਂਜੀ। ਆਪਣੇ ਪੱਲਿਓਂ ਖਾ ਕੇ ਤੇ ਗੁਰੂ ਕੇ ਸਰੋਵਰ ਦੀ ਸੇਵਾ ਕਰਦੇ ਰਹਿੰਦੇ। ਧੰਨ ਗੁਰੂ ਕੇ ਸਿੱਖ ਘਰਾਂ ਚੋਂ ਜੇ ਪਿੰਡਾਂ ਤੋਂ ਦੂਰੋਂ ਆਉਂਦੇ ਤਾਂ ਨਾਲ ਬੋਰੀਆਂ ਕਣਕ ਦੀਆਂ, ਆਟੇ ਦੀਆਂ ਲੈ ਆਉਂਦੇ, ਗੱਡਿਆਂ ਤੇ ਲੱਦ, ਜਿਹਨਾਂ ਨੂੰ ਮਹਾਰਾਜ ਨੇ ਦਿੱਤਾ ਹੋਇਆ, ਸੱਚੇ ਪਾਤਸ਼ਾਹ ਦੀ ਕਿਰਪਾ। ਉਹ ਕਹਿੰਦੇ ਚਲੋ ਗੁਰੂ ਦੇ ਲੰਗਰ 'ਚ ਰਾਸ਼ਨ ਪਾਣੀ ਤੇ ਚਾਹੀਦਾ, ਜੇ ਅਸੀਂ ਰੋਟੀ ਉੱਥੇ ਖਾਂਦੇ ਆ ਤਾਂ ਘੱਟੋ ਘੱਟ ਆਟਾ ਦਾਲ ਹੀ ਸੇਵਾ ਕਰ ਦਈਏ। ਉਹ ਘਰਾਂ ਵਿੱਚੋਂ ਗੁਰੂ ਕੇ ਸਿੱਖ ਆਟਾ, ਦਾਲ, ਸਬਜ਼ੀ ਜੋ ਕੋਈ ਲਿਆ ਸਕਦੇ ਨੇ ਲਿਆਉਂਦੇ ਨੇ। ਹਾਂਜੀ। ਮਹਾਰਾਜ ਜਿਹੜੇ ਪਾਸੇ ਖੁਦਾਈ ਕਰਾਣੀ ਚਾਹੁੰਦੇ ਨੇ ਉਧਰ ਜਾ ਕੇ ਬਹਿ ਜਾਂਦੇ। ਪਹਿਲਾਂ ਖੁਦਾਈ ਸ਼ੁਰੂ ਹੋਈ ਦੁੱਖ ਭੰਜਣੀ ਬੇਰੀ ਦੇ ਲਾਗੇ, ਜਿੱਥੇ ਪਹਿਲਾਂ ਪਿੰਗਲਾ ਰਾਜੀ ਹੋਇਆ, ਉਧਰ ਟੋਆ ਜਲ ਦਾ ਅੰਮ੍ਰਿਤ ਦਾ ਸੀਗਾ, ਉੱਥੇ ਹੀ ਉਹ ਪਿੰਗਲੇ ਨੇ ਇਸ਼ਨਾਨ ਕੀਤਾ, ਰਾਜੀ ਹੋਇਆ। ਉਸ ਪਾਸੇ ਗੁਰੂ ਸਾਹਿਬ ਥੜਾ ਬਣਾ ਕੇ ਬੈਠੇ ਪਹਿਲਾਂ। ਅੱਜ ਕੱਲ੍ਹ ਉਸ ਜਗ੍ਹਾ ਨੂੰ 860 ਥੜਾ ਕਹਿੰਦੇ ਹਨ। ਹਾਂਜੀ। ਸ਼੍ਰੀ ਅਰਜਨ ਪਦ ਕਰ ਜਾਹੈ, ਉੱਥੇ ਮਹਾਰਾਜ ਚਲੇ ਜਾਂਦੇ ਜਿਹੜੇ ਪਾਸੇ ਖੁਦਾਈ ਸ਼ੁਰੂ ਕਰਾਣੀ ਹੁੰਦੀ। ਪਹਿਲਾਂ ਤੇ ਸਰੋਵਰ ਦੀ ਇਸ ਤਰ੍ਹਾਂ ਲੰਬਾਈ ਚੌੜਾਈ ਬਣੀ, 500 ਫੁੱਟ ਲੰਬਾਈ ਰੱਖੀ ਹੈ, 490 ਫੁੱਟ ਦੀ ਚੌੜਾਈ ਰੱਖੀ ਹੈ। ਸ੍ਰੀ ਅੰਮ੍ਰਿਤਸਰ ਸਰੋਵਰ ਜਿਹੜਾ ਹੈ, ਇਹਦਾ ਸਾਧ ਸੰਗਤ ਦੀ ਜਿਹੜਾ ਮਾਪ ਹੈ ਉਹ ਇੱਕ ਪਾਸਿਓਂ 500 ਫੁੱਟ, ਇੱਕ ਪਾਸਿਓਂ 490 ਫੁੱਟ ਮੰਨਿਆ ਜਾਂਦਾ ਹੈ। ਤਰਨਤਾਰਨ ਸਾਹਿਬ ਦਾ ਇਸ ਤੋਂ ਡਬਲ ਹੈ, ਇੱਕ ਪਾਸੇ 990 ਫੁੱਟ ਹੈ, ਇੱਕ ਪਾਸੇ 1000 ਫੁੱਟ ਹੈ। ਸੋ ਸਤਿਗੁਰੂ ਜੀ ਸਰੋਵਰ ਜਿਹੜੇ ਬਣਾਏ ਨੇ ਬੜੇ ਸੁੰਦਰ ਚੁਕੋਨੇ, ਉਹਨਾਂ ਦੀ ਪਹਿਲਾਂ ਮਿਹਨਤੀ ਕੀਤੀ ਵੀ ਇੰਨੀ ਦਾਇਰੇ 'ਚ ਖੁਦਾਈ ਕਰਨੀ ਹੈ। ਇਹਦਾ ਨਹੀਂ ਐਵੇਂ ਪੱਟੀ ਜਾਓ, ਇੱਕ ਪਾਸੇ ਨੂੰ ਵਧਾ ਦਿਓ, ਇੱਕ ਪਾਸੇ ਨੂੰ ਘਟਾ ਦਿਓ, ਇੱਦਾਂ ਨਹੀਂ ਕੀਤਾ। ਉਹਦੇ ਪਹਿਲਾਂ ਉਹਦੀ ਮਿਹਨਤੀ ਕਰਕੇ ਨਿਸ਼ਾਨੀਆਂ ਲਾਤੀਆਂ ਵੀ ਇਹਦੇ ਅੰਦਰ ਅੰਦਰ ਖੁਦਾਈ ਕਰਨੀ। ਸੋ ਸਿੱਖ ਮਹਾਰਾਜ ਆਪ ਜਾ ਕੇ ਖੜ ਜਾਂਦੇ, ਪੰਜਵੇਂ ਪਾਤਸ਼ਾਹ ਜੋ ਜਿੱਥੇ ਮਹਾਰਾਜ ਕਹਿੰਦੇ ਵੀ ਇੱਥੋਂ ਪੁੱਟੋ, ਸੰਗਤਾਂ ਉੱਥੇ ਮਿੱਟੀ ਪੁੱਟਣ ਲੱਗ ਜਾਂਦੀਆਂ। ਹਾਂਜੀ। ਫਰਸ਼ ਹੋਏ ਬੈਠਾ ਹੈ ਗੁਰਗਾਦੀ, ਮਹਾਰਾਜ ਉੱਥੇ ਹੀ ਆਪਣਾ ਆਸਣ ਲਾ ਕੇ ਫਰਸ਼ ਵਿਛਾ ਕੇ ਬਹਿ ਜਾਂਦੇ, ਗੱਦੀ ਲਾ ਕੇ ਸੰਗਤਾਂ ਸੇਵਾ ਕਰੀ ਜਾਂਦੀਆਂ। ਗੁਰੂ ਸਾਹਿਬ ਦਰਸ਼ਨ ਦੇਈ ਜਾਂਦੇ, ਕਹਿ ਕੇ ਸੇਵਾ ਕਰਾਈ ਜਾਂਦੇ। ਹਾਂਜੀ। ਕਰਹਿ ਦਾਸ ਕ੍ਰਿਤਹੀਨ ਪਰਮਾਦੀ, ਗੁਰੂ ਕੇ ਸਿੱਖ ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਨਾਲ ਸੇਵਾ ਕਰਦੇ, ਆਪਸ 'ਚ ਕੋਈ ਈਰਖਾ ਦਵੈਸ਼ ਨਹੀਂ ਕਰਦਾ। ਜਿਵੇਂ ਅੱਜ ਕੱਲ੍ਹ
ਸੇਵਾ ਤਾਂ ਆਪਾਂ ਕਰਦੇ ਹਾਂ, ਪਰ ਨਾਲ ਦੂਜਾ ਸੇਵਾ ਕਰਦਾ ਹੋਵੇ ਨਾ, ਉਹਨੂੰ ਵੇਖ ਕੇ ਕੌਣੀਆਂ ਮਾਰੀ ਜਾਂਦੇ ਵੀ ਤੂੰ ਕਿਉਂ ਸੇਵਾ ਕਰਦਾ। ਸੇਵਾ ਕਰ ਭਾਈ, ਤੂੰ ਵੀ ਕਰ, ਉਹਨੂੰ ਵੀ ਕਰਨ ਦੇ। ਸੇਵਾ ਕਰਨਾ ਸਾਰਿਆਂ ਦਾ ਫਰਜ਼ ਹੈ, ਸਾਰਿਆਂ ਦਾ ਹੱਕ ਹੈ। ਤੇ ਕਿਸੇ ਦੂਜੇ ਨਾਲ ਈਰਖਾ ਕਰੇ ਜਿਹੜਾ ਉਹਦੀ ਸੇਵਾ ਪ੍ਰਵਾਨ ਨਹੀਂ ਹੁੰਦੀ। ਸੇਵਾ ਉਹਦੀ ਪ੍ਰਵਾਨ ਹੁੰਦੀ ਜਿਹਦੇ ਅੰਦਰ ਰਾਗ ਦਵੇਸ਼ ਨਾ ਹੋਵੇ। ਹੀਨ ਪ੍ਰਮਾਦੀ, ਪ੍ਰਮਾਦ ਤੋਂ ਬਿਨਾਂ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਪ੍ਰਮਾਦ ਨਹੀਂ, ਰਾਗ ਦਵੇਸ਼ ਨਹੀਂ। ਸਿੱਖ ਮਹਾਰਾਜ ਦੇ ਸਰੋਵਰ ਦੀ ਸੇਵਾ ਕਰਦੇ ਹਨ। ਹਾਂਜੀ, ਗੁਰ ਦਰਸ਼ਨ ਦਰਸਹਿ ਦਿਨ ਸਾਰੇ। ਸਾਰਾ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਹੁੰਦੇ ਹਨ। ਸੰਗਤਾਂ ਕਰਦੀਆਂ, ਸਾਰਾ ਦਿਨ ਗੁਰੂ ਜੀ ਬੈਠੇ ਰਹਿੰਦੇ। ਬੇਰੀਆਂ ਹਨ, ਉਹਨਾਂ ਬੇਰੀਆਂ ਦੇ ਥੱਲੇ ਮਹਾਰਾਜ ਬੈਠ ਜਾਂਦੇ ਆ ਤੇ ਸੰਗਤ ਸੇਵਾ ਕਰੀ ਜਾਂਦੀ ਹੈ। ਗੁਰੂ ਸਾਹਿਬ ਕਈ ਵਾਰੀ ਉੱਠ ਕੇ ਸਰੋਵਰ ਦੇ ਵਿਚਕਾਰ ਆ ਜਾਂਦੇ, ਭਾਈ ਇੱਥੋਂ ਪੁੱਟੋ, ਇਸ ਤਰ੍ਹਾਂ ਕਰੋ, ਦੱਸਦੇ ਆ। ਉਧਰੋਂ ਮਹਾਰਾਜ ਸੰਗਤ ਨੂੰ ਇਹ ਵੀ ਕਹਿੰਦੇ, ਭਾਈ ਸੇਵਾ ਕਰਦਿਆਂ ਨਾਮ ਜ਼ਰੂਰ ਜਪੋ, ਵਾਹਿਗੁਰੂ 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 ਕਰੀ ਚੱਲੋ, ਕਿਉਂਕਿ ਜਿੰਨਾ ਚਿਰ ਨਾਮ ਨਹੀਂ ਜਪਦੇ ਸੇਵਾ ਵੀ ਕਈ ਵਾਰੀ ਹੰਕਾਰ ਦਾ ਕਾਰਨ ਬਣ ਜਾਂਦੀ ਵੀ ਮੈਂ ਜ਼ਿਆਦਾ ਸੇਵਾ ਕਰਦਾ। ਜੇ ਸੇਵਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪੀਏ, ਮਨ ਨੀਵਾਂ ਹੋਵੇ ਤੇ ਦੁੱਗਣਾ ਫਾਇਦਾ ਹੁੰਦਾ। ਹਾਂਜੀ, ਆਨੰਦ ਹੋਏ ਦੁਗਣੀ ਕਾਰੇ। ਸੋ ਦੁਗਣੀ ਸੇਵਾ ਭਾਵਨਾ ਨਾਲ ਸਿੱਖ ਕਰਦੇ ਹਨ, ਆਨੰਦ ਨਾਲ ਕਰਦੇ। ਅੰਮ੍ਰਿਤਸਰ ਦੇ ਸਰੋਵਰ ਦੀ ਮੁੱਢਲੀ ਸੇਵਾ ਸ਼ੁਰੂ ਹੋਈ ਹੈ। ਹਾਂਜੀ, ਦੁੱਖ ਭੰਜਨ ਡਿਗ ਥੜਾ ਕਰਾਵ ਹੈ। ਦੁੱਖ ਭੰਜਨੀ ਬੇਰੀ ਦੇ ਲਾਗੇ ਥੜਾ ਬਣਿਆ ਹੈ। ਉਸ ਬੇਰੀ ਦੇ ਥੱਲੇ ਮਹਾਰਾਜ ਬੈਠ ਜਾਂਦੇ ਹਨ, ਉਹ ਥੜੇ ਤੇ ਬੈਠ ਜਾਂਦੇ ਹਨ। ਹਾਂਜੀ, ਉੱਥੇ ਬਹਿ ਕੇ ਕਾਰ ਸੇਵਾ ਕਰਾਉਂਦੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ। ਹਾਂਜੀ, ਜਬ ਇਸ ਦੇਸ਼ ਤੇ ਖਾਨਿਓ ਮਹਾਨਾ। ਜਦੋਂ ਇਸ ਪਾਸਿਓਂ ਸਾਧ ਸੰਗਤ ਜੀ ਖੁਦਾਈ ਹੋਈ ਹੈ, ਸੇਵਾ ਹੋਈ ਹੈ। ਹਾਂਜੀ, ਅਪਰ ਥਾਨ ਬੈਠਣ ਕੋ ਠਾਨਾ। ਇੱਧਰ ਜਦੋਂ ਖੁਦਾਈ ਹੋ ਗਈ ਫਿਰ ਦੂਜਾ ਪਾਸਾ ਕਿਹੜਾ, ਜਿੱਧਰ ਦਰਸ਼ਨੀ ਡਿਉਢੀ ਹੈ ਉੱਥੇ ਲਾਚੀ ਬੇਰੀ ਹੈ। ਜਦੋਂ ਆਪਾਂ ਪੁਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਡਿਉਢੀ ਬਣੀ ਹੈ, ਡਿਉਢੀ ਤੋਂ ਅੰਦਰ ਵੜਦੇ ਪੁਲ ਨੂੰ ਜਾਂਦੇ ਆ। ਉਸ ਡਿਉਢੀ ਸਾਹਿਬ ਦਰਸ਼ਨੀ ਡਿਉਢੀ ਦੇ ਸੱਜੇ ਪਾਸੇ ਇੱਕ ਬੇਰੀ, ਉਹਨੂੰ ਲਾਚੀ ਬੇਰੀ ਵੀ ਕਹਿੰਦੇ, ਉਹਨੂੰ ਭਾਈ ਸਾਲੋ ਦੀ ਬੇਰੀ ਵੀ ਕਹਿੰਦੇ। ਭਾਈ ਸਾਲੋ ਬ੍ਰਹਮ ਗਿਆਨੀ ਜ਼ਿਆਦਾਤਰ ਉੱਥੇ ਬਹਿ ਕੇ ਸੇਵਾ ਕਰਾਉਂਦੇ ਸੀ। ਗੁਰੂ ਅਰਜਨ ਦੇਵ ਮਹਾਰਾਜ ਉੱਥੇ ਬੈਠਦੇ ਸੀ। ਅੱਜ ਕੱਲ੍ਹ ਉੱਥੇ ਗੁਰਦੁਆਰਾ ਲਾਚੀ ਬੇਰੀ ਛੋਟਾ ਜਿਹਾ ਗੁਰੂ ਘਰ ਬਣਿਆ, ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ 8 ਪਹਿਰ ਹੁੰਦਾ। ਸੋ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਉੱਥੇ ਬਹਿ ਕੇ ਹੁਣ ਸੇਵਾ ਕਰਾਉਣ ਲੱਗੇ ਹਨ। ਦਰਬਾਰ ਦਰਸ਼ਨੀ ਚ ਸਥਲ ਕਰਿਓ। ਜਿੱਥੇ ਦਰਸ਼ਨੀ ਡਿਉਢੀ ਮੇਨ ਦਰਬਾਰ ਦੀ ਹੈ, ਹਰਿਮੰਦਰ ਸਾਹਿਬ ਨੂੰ ਜਾਣ ਦੀ। ਹਾਂਜੀ, ਦੱਖਣ ਦੇਸ਼ ਬਦਰੀ ਤਰ ਖਰਿਓ। ਉਹਦੇ ਕੋਲ ਦਰਸ਼ਨੀ ਡਿਉਢੀ ਦੇ ਲਾਗੇ ਇੱਕ ਬੇਰੀ ਦਾ ਦਰਖਤ ਹੈ। ਹਾਂਜੀ, ਤਹਾਂ ਜਾਏ ਬੈਠਾ ਹੈ ਗੁਰਪੂਰਨ। ਉਹਦੇ ਥੱਲੇ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਬੈਠਦੇ ਹਨ। ਮ੍ਰਿਤਕਾ ਖਨ ਹੈ ਨਿਕਾਸ ਹੈ। ਸਿੱਖ ਮਿੱਟੀ ਪੁੱਟਦੇ ਹਨ, ਟੋਕਰੀਆਂ 'ਚ ਪਾ ਕੇ ਬਾਹਰ ਸਿੱਟਦੇ। ਸਰੋਵਰ ਦੀ ਖੁਦਾਈ ਕਾਰ ਸੇਵਾ ਚੱਲ ਰਹੀ ਹੈ। ਹਾਂਜੀ, ਜਿਨ੍ਹਾਂ ਨਰਹੋਂ ਕੇ ਬਰ ਵੱਡ ਭਾਗੇ। ਜਿਨ੍ਹਾਂ ਲੋਕਾਂ ਦੇ ਬਹੁਤ ਵੱਡੇ ਭਾਗ, ਜਿਨ੍ਹਾਂ ਦੇ ਕਰਮ ਬੜੇ ਹੀ ਚੰਗੇ ਹਨ। ਹਾਂਜੀ, ਹਜੂਰ ਸਰ ਸੇਵਾ ਲਾਗੇ। ਉਹ ਮਹਾਰਾਜ ਦੇ ਸਾਹਮਣੇ ਸੇਵਾ 'ਚ ਲੱਗੇ। ਕਿੱਡੇ ਉਹਨਾਂ ਦੇ ਕਰਮ ਚੰਗੇ। ਇੱਕ ਤਾਂ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਦੇ ਸਰੋਵਰ ਦੀ ਸੇਵਾ ਕਰ ਰਹੇ ਨੇ, ਇੱਕ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਰਹੇ ਨੇ, ਇੱਕ ਨਾਮ ਜਪ ਰਹੇ ਨੇ। ਸੇਵਾ ਦੇ ਵਿੱਚ ਕਿੰਨਾ ਕੁ ਫਾਇਦਾ ਹੋਵੇਗਾ। ਭਾਈ ਸਾਹਿਬ ਜੀ ਲਿਖਦੇ ਆ ਵੀ ਬਹੁਤ ਹੀ ਕਰਮ ਚੰਗੇ, ਭਾਗ ਚੰਗੇ ਉਹਨਾਂ ਦੇ, ਜਿਨ੍ਹਾਂ ਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋ ਰਹੇ ਨੇ। ਹਾਂਜੀ, ਸਤਨਾਮ ਕੋ ਸਿਮਰਨ ਕਰੈ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰ ਪਾਸੇ ਸੁਣਾਈ ਦਿੰਦਾ। ਗੁਰੂ ਕੇ ਸਿੱਖਾਂ ਦੀ ਜੀਭ ਤੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਏਦਾਂ ਕੋਈ ਬਾਣੀ ਦਾ ਸ਼ਬਦ ਪੜ੍ਹ ਰਿਹਾ, ਕੋਈ ਮੂਲ ਮੰਤਰ ਪੜ੍ਹ ਰਿਹਾ, ਕੋਈ ਗੁਰਬਾਣੀ ਦੀ ਪੰਕਤੀ ਪੜ੍ਹ ਰਿਹਾ, ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਸੇਵਾ ਕਰ ਰਹੇ ਨੇ। ਹਾਂਜੀ, ਟੋਕਰੀ ਸਿਰ ਪਰ ਧਰੈ। ਟੋਕਰੀ ਭਰ ਕੇ ਮਿੱਟੀ ਦੀ ਬਾਹਰ ਸਿੱਟਣ ਜਾਂਦੇ ਨੇ ਤੇ ਦੂਜੇ ਸਿੱਖ ਕਈਆਂ ਨਾਲ ਉਹਨੇ ਨੂੰ ਹੋਰ ਪੁੱਟ ਸਿੱਟਦੇ ਨੇ। ਜਦੋਂ ਟੋਕਰੀ ਲੈ ਕੇ ਸਿੱਖ ਆਉਂਦਾ ਉਹਦੀ ਟੋਕਰੀ ਭਰ ਦਿੰਦੇ, ਚੁੱਕ ਕੇ ਫਿਰ ਬਾਹਰ ਚਲਾ ਜਾਂਦਾ। ਏਦਾਂ ਸਰੋਵਰ ਦੀ ਖੁਦਾਈ ਹੋ ਰਹੀ ਹੈ।
ਹਾਂਜੀ। ਉੱਤਰ ਦੇਸ਼ਤ ਲਾਭ ਕੋ ਤੀਰ, ਉੱਤਰ ਵਾਲੇ ਪਾਸੇ ਸਰੋਵਰ ਦੇ ਕੰਢੇ ਤੇ ਭਾਈ ਸਾਹਿਬ ਬੁੱਢਾ ਧੀਰ, ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਬੈਠਦੇ ਨੇ। ਉਹਨਾਂ ਦੇ ਬੈਠਣ ਵਾਲੀ ਥਾਂ ਤੇ ਅੱਜ ਬਾਬੇ ਬੁੱਢੇ ਦੀ ਬੇਲ ਕਰਕੇ ਪ੍ਰਸਿੱਧ ਹੈ ਜਗ੍ਹਾ। ਪੁਰਾਣਾ ਬੇਲ ਦਾ ਦਰਖਤ ਹੈ, ਬਾਬੇ ਬੁੱਢੇ ਦੀ ਬੇਲ ਕਹਿੰਦੇ ਉਹਨੂੰ। ਬਾਬਾ ਬੁੱਢਾ ਸਾਹਿਬ ਜੀ ਉੱਥੇ ਬਹਿੰਦੇ ਹਨ, ਉਸ ਪਾਸੇ ਉਹ ਸੇਵਾ ਕਰਾਉਂਦੇ ਹਨ। ਹਾਂਜੀ। ਕਰਹਿ ਕਰਾਵਹਿ ਕਾਰ ਵਿਸਾਲਾ, ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਨਾਲ ਸ੍ਰੀ ਅੰਮ੍ਰਿਤਸਰ ਦੀ ਸੇਵਾ ਬਾਬਾ ਬੁੱਢਾ ਜੀ ਕਰਾਉਂਦੇ ਹਨ। ਹਾਂਜੀ। ਖੰਨਹਿ ਨਿਕਾਸਹਿ ਫਿਰਹਿ ਉਤਾਲਾ, ਭੱਜ ਭੱਜ ਕੇ ਸਿੱਖ ਸੇਵਾ ਕਰਦੇ ਬਾਬਾ ਜੀ ਦੇ ਸਾਹਮਣੇ। ਬਾਬਾ ਜੀ ਬਿਰਧ ਅਵਸਥਾ ਦੇ ਵਿੱਚ ਵੀ ਸਾਧ ਸੰਗਤ ਜੀ ਬੜੇ ਤਗੜੇ ਸਨ। 125 ਸਾਲ ਬਾਬਾ ਜੀ ਦੀ ਉਮਰ ਹੋਈ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ। 125 ਸਾਲ ਘੱਟੋ ਘੱਟ ਇਸ ਸੰਸਾਰ ਨੂੰ ਦਰਸ਼ਨ ਦਿੱਤੇ। ਸਰੀਰ ਦੇ ਵਿੱਚ ਬਲ ਜਵਾਨਾਂ ਵਰਗਾ ਹੀ ਸੀਗਾ, ਜਿਵੇਂ ਨੌਜਵਾਨ ਗੱਭਰੂ 'ਚ ਬਲ ਹੁੰਦਾ। ਇੰਨੀ ਉਹਨਾਂ ਦੇ ਅੰਦਰ ਮਹਾਰਾਜ ਦੀ ਪਰਮੇਸ਼ਰ ਦੀ ਸ਼ਕਤੀ ਸੀ। ਬਾਬਾ ਬੁੱਢਾ ਜੀ ਸਰੋਵਰ ਦੇ ਕੰਢੇ ਤੇ ਬਹਿ ਕੇ ਸੇਵਾ ਕਰਾਉਂਦੇ ਅੰਮ੍ਰਿਤਸਰ ਦੀ। ਹਾਂਜੀ। ਦੇਸ਼ ਵਿਦੇਸ਼ਨ ਕਿਤਕ ਮਸੰਦ, ਦੇਸ਼ਾਂ ਵਿਦੇਸ਼ਾਂ ਤੋਂ ਮਸੰਦ ਆ ਕੇ ਸੰਗਤਾਂ ਨੂੰ ਨਾਲ ਲੈ ਕੇ ਆਏ ਨੇ। ਕੋਈ ਕਸ਼ਮੀਰ ਦਾ ਸਿੱਖ ਮਸੰਦ ਸੰਗਤਾਂ ਲੈ ਕੇ ਆ ਰਿਹਾ, ਕੋਈ ਅਫਗਾਨਿਸਤਾਨ ਚੋਂ, ਕਾਬਲ ਤੋਂ, ਕੋਈ ਪਿਸ਼ਾਵਰ ਤੋਂ, ਕੋਈ ਜਲਾਲਾਬਾਦ ਤੋਂ, ਕੋਈ ਮੁਲਤਾਨ ਤੋਂ, ਦੂਰੋਂ ਦੂਰੋਂ ਸਾਰੇ ਪਾਸੇ ਉੱਤਰ ਦੱਖਣ ਪੂਰਬ ਪੱਛਮ ਸੰਗਤਾਂ ਆ ਰਹੀਆਂ ਨੇ। ਹਾਂਜੀ। ਜਹ ਧਰਮ ਸਾਧ ਮਿਲਹਿ ਸਿੱਖ ਬ੍ਰਿੰਦ, ਜਿੱਥੇ ਸਾਰੇ ਪਾਸੇ ਗੁਰੂ ਕੇ ਸਿੱਖ ਪਿਆਰੇ, ਗੁਰੂ ਕੇ ਲਾਲ ਆਉਂਦੇ ਨੇ ਗੁਰਦੁਆਰੇ ਦੇ ਵਿੱਚ। ਤਸਰੀ ਅੰਮ੍ਰਿਤਸਰ ਉਦੋਂ ਬਹੁਤੀਆਂ ਬਿਲਡਿੰਗਾਂ ਤਾਂ ਬਣੀਆਂ ਨਹੀਂ, ਬਹੁਤੇ ਵੱਡੇ ਕਹਿ ਲਓ ਵੀ ਰਹਿਣ ਦੇ ਕਮਰੇ ਤਾਂ ਹੈ ਨਹੀਂ, ਬਸ ਸਿੱਧੀਆਂ ਧਰਮਸ਼ਾਲਾ ਬਣਾਈਆਂ, ਛੰਨਾ ਬਣਾ ਲਈਆਂ ਸਿੱਖਾਂ ਨੇ। ਜਿੱਦਾਂ ਜਿੱਦਾਂ ਦਾ ਕੋਈ ਸਹਾਰਾ ਬਣਿਆ ਉੱਥੇ ਰਹਿੰਦੇ ਹਨ। ਗੁਰੂ ਕੇ ਲੰਗਰ ਦੇ ਪ੍ਰਸ਼ਾਦਾ ਜਿਹੋ ਜਿਹਾ ਮਿਲਦਾ ਰੁੱਖਾ ਮਿੱਸਾ ਛਕ ਕੇ ਸੇਵਾ ਕਰਨ ਲੱਗ ਜਾਂਦੇ ਹਨ। ਹਾਂਜੀ। ਦੂਰ ਦੇਸ਼ ਕੈ ਨੇੜੇ ਹੋਏ, ਭਾਵੇਂ ਦੂਰ ਹੈ ਭਾਵੇਂ ਕੋਈ ਨੇੜੇ ਹੈ, ਦੇਸ਼ ਵਿਦੇਸ਼। ਹਾਂਜੀ। ਤੀਰਥਕਾਰ ਕਰਹਿ ਸਭ ਕੋਏ, ਉਹ ਸਭ ਆ ਕੇ ਅੰਮ੍ਰਿਤਸਰ ਸੇਵਾ ਕਰਦੇ। ਜਿਹੜੇ ਸ਼ਹਿਰਾਂ 'ਚ ਗੁਰਦੁਆਰੇ ਬਣੇ ਸੀ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ, ਜਿਵੇਂ ਲਾਹੌਰ ਦੇ ਵਿੱਚ, ਮੁਲਤਾਨ ਦੇ ਵਿੱਚ, ਪਿਸ਼ਾਵਰ ਦੇ ਵਿੱਚ, ਹੋਰ ਕਿਤੇ ਕਿਤੇ ਸਿੱਖ ਰਹਿੰਦੇ ਸੀ। ਉਹ ਗੁਰੂ ਕੇ ਸਿੱਖ ਆਪਣੇ ਪਿੰਡ ਦੇ ਜਾਂ ਸ਼ਹਿਰ ਦੇ ਗੁਰਦੁਆਰੇ 'ਚ ਇਕੱਠੇ ਹੋ ਕੇ ਅਨਾਉਂਸਮੈਂਟ ਕਰ ਦਿੰਦੇ, ਭਾਈ ਅੰਮ੍ਰਿਤਸਰ ਦੀ ਸੇਵਾ ਚੱਲ ਰਹੀ ਹੈ, ਸਰੋਵਰ ਬਣਨਾ, ਚਲੋ ਸਾਰੇ। ਉਹ ਪਿੰਡਾਂ 'ਚੋਂ ਲੋਕ ਇਕੱਠੇ ਹੋ ਕੇ ਤੁਰ ਪੈਂਦੇ, ਗੱਡਿਆਂ ਤੇ, ਰੇਹੜਿਆਂ ਤੇ, ਕੋਈ ਪੈਦਲ, ਕੋਈ ਘੋੜਿਆਂ ਤੇ। ਕਈ ਗੁਰੂ ਕੇ ਸਿੱਖ ਨਾਲ ਲੰਗਰ ਵਾਸਤੇ ਦਾਣਾ ਪੱਕਾ ਲੈ ਲੈਂਦੇ, ਆਟਾ ਦਾਲ, ਤੇ ਕਈ ਮਾਇਆ ਲੈ ਲੈਂਦੇ ਵੀ ਮਹਾਰਾਜ ਨੂੰ ਉੱਥੇ ਮਾਇਆ ਭੇਟਾ ਕਰ ਦਾਂਗੇ, ਲੰਗਰ ਵਿੱਚ ਵੀ ਕੰਮ ਆਵੇਗੀ, ਸਰੋਵਰ 'ਚ ਵੀ ਮਾਇਆ ਕੰਮ ਆਵੇਗੀ। ਕਾਰ ਸੇਵਾ ਜੋ ਹੈ, ਜਿਹੜਾ ਕੰਮ ਪੈਸੇ ਨਾਲ ਚੱਲਣਾ ਉਹਦੇ ਵਿੱਚ ਪੈਸੇ ਦੀ ਸੇਵਾ ਪਾਉਂਦੇ ਆ, ਰਾਸ਼ਨ ਪਾਣੀ ਪਾਉਂਦੇ ਆ। ਇੱਦਾਂ ਦੂਰੋਂ ਦੂਰੋਂ ਸਿੱਖ ਮਾਝੇ 'ਚੋਂ, ਮਾਲਵੇ 'ਚੋਂ, ਦੁਆਬੇ 'ਚੋਂ ਚੱਲ ਚੱਲ ਕੇ ਸ੍ਰੀ ਅੰਮ੍ਰਿਤਸਰ ਪਹੁੰਚ ਰਹੇ ਹਨ। ਹਾਂਜੀ। ਸਤਿਗੁਰ ਕੀ ਪ੍ਰਸੰਨਤਾ ਅਤ ਹੈ, ਗੁਰੂ ਅਰਜਨ ਦੇਵ ਜੀ ਦੀਆਂ ਖੁਸ਼ੀਆਂ ਹੋ ਰਹੀਆਂ ਨੇ ਸਾਰਿਆਂ ਉੱਤੇ। ਮਹਾਰਾਜ ਬਹੁਤ ਪ੍ਰਸੰਨ ਹੋ ਕੇ ਗੁਰੂ ਕੇ ਸਿੱਖਾਂ ਦੀ ਸੇਵਾ ਥਾਂ ਪਾ ਰਹੇ ਨੇ। ਚਾਰ ਪਦਾਰਥ ਤਿਸ ਕਰ ਗਤ ਹੋਇਆ, ਜਿਹੜੇ ਗੁਰੂ ਕੇ ਪਿਆਰ ਵਾਲੇ ਸੇਵਾ ਕਰਦੇ ਨੇ, ਚਾਰ ਪਦਾਰਥ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਗੁਰ ਸ਼ਰਧਾ ਔਰ ਧਾਰ ਹੈ ਜੋਏ, ਜਿਹੜੇ ਗੁਰੂ ਕੇ ਸਿੱਖ ਸ਼ਰਧਾ ਨਾਲ ਸੇਵਾ ਕਰਦੇ ਨੇ, ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਸੋ ਸਭ ਆਏ ਪ੍ਰਾਪਤੀ ਹੋਏ, ਉਹ ਇੱਥੇ ਜੋ ਮੰਗੇ ਠਾਕੁਰ ਆਪਣੇ ਤੇ, ਜੋ ਕੋਈ ਮੰਗਦਾ ਸਤਿਗੁਰਾਂ ਕੋਲੋਂ ਸੋਈ ਸੋਈ ਦੇਵੈ, ਮਹਾਰਾਜ ਉਹੀ ਦਿੰਦੇ ਨੇ। ਹਾਂਜੀ। ਇਮ ਸੁਣ ਕੇ ਸਤਿਗੁਰ ਕੀ ਬਾਣੀ, ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਚਨ ਸੁਣਦੇ ਨੇ। ਮਹਾਰਾਜ ਦਾ ਬਚਨ ਹੈ, ਭਾਈ ਜਿਹੜਾ ਸ੍ਰੀ ਰਾਮਦਾਸ ਸਰੋਵਰ ਦੀ ਸੇਵਾ ਕਰੇਗਾ ਉਹਨੂੰ ਸਾਰੇ ਫਲ ਪ੍ਰਾਪਤ ਹੋਣਗੇ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਇਆ ਹੈ ਜੀ ਕਾ। ਹਾਂਜੀ। ਲਿਖੇ ਹੁਕਮਨਾਮੇ ਸਭ ਥਾਨੀ, ਹੁਕਮਨਾਮੇ ਸਭ ਲਿਖ ਦਿੱਤੇ। ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਭਾਈ ਸਾਹਿਬ ਜੀ ਹੁਕਮਨਾਮੇ ਲਿਖ ਦਿਓ ਸਾਡੇ ਵੱਲੋਂ। ਸਾਰੀਆਂ ਸੰਗਤਾਂ ਜਿੱਥੇ ਜਿੱਥੇ ਰਹਿੰਦੀਆਂ ਉਹਨਾਂ ਨੂੰ ਹੁਕਮ ਹੈ ਕਿ ਆਓ ਭਾਈ
ਸੇਵਾ ਵਿੱਚ ਹਿੱਸਾ ਪਾਓ। ਹਾਂਜੀ, जह कह सिख शिगर शिगर ही ताए। ਗੁਰੂ ਕੇ ਸਿੱਖ ਜਿੱਥੇ ਕਿਥੇ ਚਲੇ ਗਏ ਹਨ। ਹਾਂਜੀ, श्री गुर को फरमान सुनाए। ਗੁਰੂ ਮਹਾਰਾਜ ਦਾ ਹੁਕਮ ਫਰਮਾਨ ਸੁਣਾਇਆ ਹੈ। ਹਾਂਜੀ, अदक खुशी गुर होए सुन बात। ਗੁਰੂ ਸਾਹਿਬ ਜੀ ਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮਨਾਮੇ ਸੁਣ ਕੇ ਸਿੱਖਾਂ ਨੂੰ ਬੜੀ ਖੁਸ਼ੀ ਹੋਈ ਵੀ ਸਾਨੂੰ ਗੁਰੂ ਨੇ ਯਾਦ ਕੀਤਾ। ਧੰਨ ਭਾਗ ਸਾਡੇ, ਸਾਡੀ ਮਾਇਆ ਸਫਲ ਹੋਵੇਗੀ, ਸਾਡੀ ਯਾਤਰਾ ਸਫਲ ਹੋਵੇਗੀ। ਜੋ ਕਿਸੇ ਕੋਲ ਮਾਇਆ ਦਾ ਸਾਧਨ ਸੀਗਾ, ਕਈਆਂ ਨੂੰ ਮਹਾਰਾਜ ਨੇ ਬਹੁਤ ਮਾਇਆ ਦਿੱਤੀ ਹੁੰਦੀ, ਕਾਰੋਬਾਰ ਦਿੱਤਾ ਹੁੰਦਾ, ਕਰੋੜਾਂ ਰੁਪਈਆ, ਉਹਨਾਂ ਨੇ ਵੀ ਦਸਵੰਧ ਕੱਢਿਆ। ਕਈ ਗਰੀਬ ਹੁੰਦੇ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਇੱਕ ਟਾਈਮ ਦਾ ਹੀ ਪ੍ਰਸ਼ਾਦਾ ਹੁੰਦਾ, ਉਹ ਇੱਕ ਟਾਈਮ ਵਾਲਿਆਂ ਨੇ ਵੀ ਇੱਕ ਟਾਈਮ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢਿਆ। ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਲੈਣੀ ਹੈ ਭਾਵਨਾ ਨਾਲ, ਸ਼ਰਧਾ ਨਾਲ। ਇਹ ਨਹੀਂ ਵੀ ਜੇ ਸਾਡੇ ਕੋਲ ਪੈਸੇ ਜ਼ਿਆਦੇ ਨੇ ਤਾਂ ਹੀ ਗੁਰੂ ਦੀ ਖੁਸ਼ੀ ਮਿਲਣੀ। ਥੋੜੀ ਮਾਇਆ ਚੋਂ ਵੀ ਅਸੀਂ ਕੌਡੀ ਵੀ ਮੱਥਾ ਟੇਕਦੇ ਆ ਨਾ, ਇੱਕ ਪੈਨੀ ਵੀ ਮੱਥਾ ਟੇਕਦੇ ਆ, ਉਹ ਵੀ ਹਾਜ਼ਰੀ ਲੱਗ ਜਾਂਦੀ ਹੈ। ਭਾਵਨਾ ਹੋਣੀ ਚਾਹੀਦੀ। ਜਿੱਥੇ ਜਿੱਥੇ ਗੁਰੂ ਕੇ ਸਿੱਖ ਸਨ ਆਪਣੀ ਆਪਣੀ ਦਸਵੰਧ ਦੀ ਕਿਰਤ ਕਮਾਈ ਇਕੱਠੀ ਕਰਕੇ ਲਿਆ ਰਹੇ ਹਨ। ਹਾਂਜੀ, ਬੜੇ ਖੁਸ਼ ਹੋਏ ਸਿੱਖ ਵੀ ਸਾਨੂੰ ਮਹਾਰਾਜ ਨੇ ਸੇਵਾ ਦਾ ਮੌਕਾ ਦਿੱਤਾ। ਧੰਨ ਭਾਗ ਸਾਡੇ ਵੀ ਸ੍ਰੀ ਅੰਮ੍ਰਿਤਸਰ ਦੀ ਸੇਵਾ ਅਸੀਂ ਕਰਾਂਗੇ ਜਾ ਕੇ। ਹਾਂਜੀ, ਬਸਤਰ ਦਰਬ ਲੈ ਉਪਹਾਰ। ਬਹੁਤ ਸੋਹਣੇ ਬਸਤਰ ਤੇ ਮਾਇਆ ਉਪਹਾਰ ਭੇਟਾਵਾਂ ਲੈ ਕੇ ਚੱਲੇ ਹਨ। ਆਏ ਜਿਤ ਕਿਤ ਤੇ 100,000। ਹਜ਼ਾਰਾਂ ਹੀ ਸਿੱਖ ਆਏ, ਮਾਝੇ ਵਿੱਚੋਂ, ਮਾਲਵੇ ਵਿੱਚੋਂ, ਦੁਆਬੇ ਵਿੱਚੋਂ, ਲੰਮੇ ਦੇਸ਼ ਵਿੱਚੋਂ, ਨੱਕਾ ਦੇਸ਼, ਪੋਠੋਹਾਰ। ਇਹ ਪੰਜਾਬ ਬੜਾ ਵੱਡਾ ਸੀ ਸਾਧ ਸੰਗਤ ਜੀ। ਹੁਣ ਤਾਂ ਪੰਜਾਬ ਆਪਣਾ ਰਹਿ ਗਿਆ, ਅੰਮ੍ਰਿਤਸਰ ਤੋਂ ਇੱਧਰ ਪਟਿਆਲੇ ਤੱਕ ਕਹਿ ਲਓ, ਤੇ ਇੱਧਰ ਅਨੰਦਪੁਰ ਸਾਹਿਬ ਤੋਂ ਦਮਦਮੇ ਸਾਹਿਬ ਤੱਕ, ਇੰਨਾ ਕੀ ਪੰਜਾਬ ਦਾ ਸਮਝੋ ਰਹਿ ਗਿਆ, ਛੋਟਾ ਪੰਜਾਬ ਹੋ ਗਿਆ। ਪਹਿਲਾਂ ਪੰਜਾਬ ਜਿਹੜਾ ਸੀ ਅੱਧੇ ਨਾਲੋਂ ਜ਼ਿਆਦਾ ਪਾਕਿਸਤਾਨ 'ਚ ਚਲਾ ਗਿਆ। ਨੱਕਾ ਦੇਸ਼, ਲੰਮਾ ਦੇਸ਼, ਧੰਨੀ ਕੇਪ, ਪੋਠੋਹਾਰ, ਸਿੰਧ ਤੱਕ ਗੁਰੂ ਕੇ ਸਿੱਖ, ਉਧਰ ਬਲੋਚਿਸਤਾਨ, ਪਰਾਂ ਅਫਗਾਨਿਸਤਾਨ, ਈਰਾਨ, ਇਰਾਕ ਤੱਕ ਗੁਰੂ ਕੇ ਸਿੱਖ ਫੈਲੇ ਹੋਏ ਸਨ। ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ 'ਚ ਗੁਰੂ ਕੇ ਸਿੱਖ, ਬੰਗਲਾਦੇਸ਼ ਤੱਕ। ਭਾਈ ਗੁਰਦਾਸ ਜੀ ਨੇ ਲਿਖਿਆ ਬੁਰਹਾਨਪੁਰ ਕਿੰਨੀ ਦੂਰ ਹੈ ਦੱਖਣ ਦੇ ਵਿੱਚ, ਇੰਦੌਰ, ਉਧਰ ਸਾਧ ਸੰਗਤ ਜੀ ਸਿੱਖ ਫੈਲੇ ਹੋਏ ਸਨ। ਸੋ ਉਹ ਸਾਰੇ ਦੂਰੋਂ ਦੂਰੋਂ ਚੱਲ ਕੇ ਆ ਰਹੇ ਨੇ ਸੇਵਾ ਕਰਨ ਲਈ। ਹਾਂਜੀ, ਹੋਏ ਤ੍ਰਿਹਾਵਲ ਸਭ ਕੋ ਦੇਤ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਖੁੱਲੀਆਂ ਹੁੰਦੀਆਂ, ਸਾਰਿਆਂ ਨੂੰ ਤਰੋ ਤਰ ਗੱਫੇ ਗਰਮਾ ਗਰਮ ਕੜਾਹ ਪ੍ਰਸ਼ਾਦ ਦੇ ਸਵੇਰੇ ਮਿਲ ਜਾਂਦੇ। ਹੁਣ ਤਾਂ ਕੜਾਹ ਪ੍ਰਸ਼ਾਦ ਛਕਿਆ ਵੀ ਨਹੀਂ ਜਾਂਦਾ ਸਾਡੇ ਕੋਲੋਂ, ਐਵੇਂ ਚੁੰਡੀਆਂ ਜੀ ਵਿਖਾਈ ਜਾਂਦੇ, ਸਵਾਇਆ ਗੱਫਾ, ਸਵਾਇਆ ਗੱਫਾ। ਪਹਿਲੇ ਗੱਫਾ ਮਿਲਦਾ ਵੀ ਖੁੱਲ੍ਹਾ ਸੀ ਤੇ ਛਕਦੇ ਵੀ ਖੁੱਲ੍ਹਾ ਸੀ। ਤੇ ਸਾਧ ਸੰਗਤ ਦੀ ਕੜਾਹ ਪ੍ਰਸ਼ਾਦ ਵਰਗੀ ਦਵਾਈ ਕੋਈ ਨਹੀਂ, ਸਾਰੀਆਂ ਬਿਮਾਰੀਆਂ ਰਾਜੀ ਕਰ ਦਿੰਦਾ। ਫਿਰ ਇਹਦੇ ਵਰਗੀ ਖੁਰਾਕ ਕੋਈ ਨਹੀਂ। ਆਟਾ ਵੀ ਇਹਦੇ ਵਿੱਚ ਹੈ, ਘਿਓ ਵੀ ਇਹਦੇ ਵਿੱਚ ਹੈ, ਜਲ ਵੀ ਇਹਦੇ ਵਿੱਚ ਹੈ, ਮਿੱਠਾ ਵੀ ਇਹਦੇ ਵਿੱਚ ਹੈ, ਸਾਰੀ ਐਨਰਜੀ ਜਿਹੜੀ ਇਹਦੇ ਵਿੱਚ ਪਾਈ ਮਹਾਰਾਜ। ਪਹਿਲੇ ਤਾਂ ਸਿੱਖ ਜਿਹੜੇ ਸਵੇਰੇ ਕੜਾਹ ਪ੍ਰਸ਼ਾਦ ਛਕ ਲੈਂਦੇ, ਦੁਪਹਿਰ ਤਾਈਂ ਪ੍ਰਸ਼ਾਦੇ ਦਾ ਪਤਾ ਹੀ ਨਹੀਂ ਹੁੰਦਾ ਸੀ, ਇੰਨੀ ਮਹਾਰਾਜ ਦੀ ਕਿਰਪਾ ਸੀ। ਸੋ ਖੁੱਲ੍ਹਾ ਕੜਾਹ ਪ੍ਰਸ਼ਾਦ ਬਣਦਾ, ਗਰਮਾ ਗਰਮ ਦੇਗ ਸਵੇਰੇ ਵਰਤਦੀ ਹੈ। ਦੋਹਰੇ ਦੋਹਰੇ ਗੱਫੇ ਲੈਣ ਵਾਲੇ ਵੀ ਮੇਰੇ ਵਰਗੇ ਹੁੰਦੇ। ਪਹਿਲਾਂ ਤਾਂ ਇਹ ਹੁੰਦਾ ਸੀ, ਅਸੀਂ ਦੇਖਿਆ ਵੀ ਕੜਾਹ ਪ੍ਰਸ਼ਾਦ ਇੱਕ ਵਾਰੀ ਲੈ ਲੈਣਾ, ਫਿਰ ਦਰੀ ਨਾਲ ਹੱਥ ਪੂੰਝ ਕੇ ਨਿਆਣਿਆਂ ਨੇ ਫਿਰ ਦੂਜੇ ਜਾ ਕੇ ਹੱਥ ਕਰ ਦੇਣਾ। ਉਹ ਕਈ ਵਾਰੀ ਇੱਥੋਂ ਉੱਠ ਜਾਣਾ ਤੇ ਦੂਜੇ ਪਾਸੇ ਜਿੱਧਰ ਭਾਈ ਜੀ ਨੇ ਜਾਣਾ ਤੇ ਹੌਲੇ ਹੀ ਜਾ ਕੇ ਉੱਥੇ ਬਹਿ ਜਾਣਾ ਵੀ ਬਾਬਾ ਜੀ, ਉਹ ਕਹਿੰਦਾ ਤੂੰ ਲੈ ਤੇ ਲਿਆ ਸੀ? ਨਹੀਂ ਜੀ, ਮੈਂ ਤੇ ਇੱਥੇ ਬੈਠਾ ਹੋਇਆ, ਪਹਿਲਾਂ ਛਕ ਲਿਆ। ਇਹ ਕੜਾਹ ਪ੍ਰਸ਼ਾਦ ਦਾ ਇੰਨਾ ਪਿਆਰ ਹੁੰਦਾ ਸੀ, ਇੰਨੀ ਚਾਹ ਹੁੰਦੀ ਸੀ ਵੀ ਦੇ ਕੜਾਹ ਪ੍ਰਸ਼ਾਦ ਦੀ ਮਿਲੇ, ਤੇ ਗੁਰੂ ਕੀ ਕਿਰਪਾ ਹੁੰਦੀ ਸੀ। ਸਾਧ ਸੰਗਤ ਪ੍ਰਸਾਦ ਨਾਮ ਕਿਰਪਾ ਦਾ ਹੈ, ਇਹਦੇ 'ਚ ਕਿਰਪਾ ਮਿਲਦੀ, ਗੁਰੂ ਸਾਹਿਬ ਖੁਸ਼ ਹੋ ਕੇ ਦਿੰਦੇ ਆ। ਤਾਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਖੁੱਲੀਆਂ ਸਵੇਰੇ ਵਰਤਦੀਆਂ ਹਨ। ਹਾਂਜੀ, ਭਾਵ ਪੂਰ ਕਰ ਸਿੱਖ ਗਨ ਦੇਤ। ਤੇ ਭਾਵਨਾ ਨਾਲ ਸਿੱਖ ਲੈਂਦੇ ਵੀ ਗੁਰੂ ਦਾ ਪ੍ਰਸਾਦ ਹੈ, ਗੁਰੂ ਦੀ ਕਿਰਪਾ ਵੀ ਇਹਦੇ ਨਾਲ ਸਾਡੇ ਦੁੱਖ ਦਲਿੱਦਰ ਦੂਰ ਹੁੰਦੇ ਆ। ਹਾਂਜੀ, ਸੰਗਤ ਕੋ ਦਰਸ਼ਨ ਸਭ ਕਾਲ। ਸੰਗਤਾਂ ਬੜੇ ਪ੍ਰੇਮ ਨਾਲ, ਸ਼ਰਧਾ ਨਾਲ ਮਹਾਰਾਜ ਦੇ ਸਰੋਵਰ ਦੀ ਸੇਵਾ 'ਚ ਲੱਗ ਜਾਂਦੀਆਂ। ਤੇ ਗੁਰੂ ਅਰਜਨ ਦੇਵ ਜੀ ਵੀ ਸਰੋਵਰ ਦੇ ਕੰਢੇ ਬੈਠੇ ਰਹਿੰਦੇ ਸਾਰਾ ਦਿਨ, ਵੀ ਸੰਗਤਾਂ ਨਾਲੇ ਦਰਸ਼ਨ ਕਰਦੀਆਂ ਰਹਿਣ, ਨਾਲੇ ਸੇਵਾ ਕਰਦੀਆਂ ਰਹਿਣ।
ਹੈ ਬਹੁ ਕਰੈ ਨਿਹਾਲ। ਬਹੁਤ ਸੰਗਤਾਂ ਨੂੰ ਮਹਾਰਾਜ ਦਰਸ਼ਨ ਦੇ ਕੇ ਨਿਹਾਲ ਕਰਦੇ ਰਹਿੰਦੇ ਹਨ। ਹਾਂਜੀ, ਕਿਹ ਸੁਧ ਦੇਤ ਦਰਬ ਕਿਸ ਦੇਤ। ਕਿਸੇ ਨੇ ਮਹਾਰਾਜ ਦੇ ਚਰਨਾਂ ਵਿੱਚ ਹਾਂਜੀ ਕਿਹ ਸੁਧ ਅਰਦਾਸ ਕਰਨੀ, ਮਹਾਰਾਜ ਮੈਨੂੰ ਪੁੱਤਰ ਚਾਹੀਦਾ, ਮੇਰੇ ਘਰ ਬੇਟਾ ਕੋਈ ਨਹੀਂ, ਬੱਚਾ ਕੋਈ ਨਹੀਂ, ਮੇਰੇ ਘਰ ਔਲਾਦ ਕੋਈ ਨਹੀਂ। ਮਹਾਰਾਜ ਕਹਿੰਦੇ ਭਾਈ ਗੁਰੂ ਰਾਮਦਾਸ ਕਿਰਪਾ ਕਰਨਗੇ, ਗੁਰੂ ਨਾਨਕ ਦੇਵ ਮਿਹਰ ਕਰਨਗੇ, ਤੁਹਾਡੇ ਘਰ ਪੁੱਤਰ ਹੋਵੇਗਾ। ਤੇ ਆਉਂਦੇ ਸਾਲ ਨੂੰ ਮਹਾਰਾਜ ਦੀ ਕਿਰਪਾ ਹੋ ਜਾਂਦੀ, ਗੋਦੀ ਭਰੀ ਹੁੰਦੀ ਹੈ। ਕੋਈ ਕਹਿੰਦਾ ਮਹਾਰਾਜ ਗਰੀਬੀ ਬੜੀ, ਘਰ ਦੇ ਵਿੱਚ ਕੰਮਕਾਰ ਕੋਈ ਨਹੀਂ, ਰੋਟੀ ਰੋਜੀ ਦਾ ਸਾਧਨ ਕੋਈ ਨਹੀਂ, ਕਿਰਪਾ ਕਰੋ। ਮਹਾਰਾਜ ਕਹਿੰਦੇ ਜਾ ਭਾਈ, ਪਰਮੇਸ਼ਰ ਬਰਕਤ ਪਾਏਗਾ, ਤੇਰੇ ਘਰ ਕੰਮਕਾਰ ਸਭ ਠੀਕ ਹੋ ਜਾਏਗਾ। ਗੁਰੂ ਦੀ ਕਿਰਪਾ, ਗੁਰੂ ਅਰਜਨ ਦੇਵ ਜੀ ਦੇ ਬਚਨ ਪੂਰੇ ਹੁੰਦੇ, ਥੋੜੇ ਦਿਨਾਂ ਵਿੱਚ ਹੀ ਲਹਿਰਾਂ ਬਹਿਰਾਂ ਹੋ ਜਾਂਦੀਆਂ। ਹਾਂਜੀ, ਕਿਸ ਕੇ ਹੋਇਆ ਗਨ ਪਸ਼ੂ ਨਿਕੇਤ। ਕੋਈ ਕਹਿੰਦਾ ਮਹਾਰਾਜ ਮੇਰੇ ਘਰ ਪਸ਼ੂ ਕੋਈ ਨਹੀਂ, ਦੁੱਧ ਨਹੀਂ ਕੋਈ, ਬੱਚੇ ਦੁੱਧ ਪੀਣੋਂ ਬੈਠੇ ਹਨ, ਕੋਈ ਪਸ਼ੂ ਸਾਡੇ ਗਰੀਬਾਂ ਦੇ ਘਰ ਹੈ ਨਹੀਂ, ਮੱਝ ਗਾਂ ਕੋਈ ਨਹੀਂ, ਲਿਆਰਾ ਕੋਈ ਨਹੀਂ। ਪਹਿਲਾਂ ਇਹ ਵੱਡੀ ਪ੍ਰਾਪਰਟੀ ਹੁੰਦੀ ਸੀ, ਹੁਣ ਤੇ ਨਾ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ ਨਾ ਵੀ ਇਹ ਚੀਜ਼ਾਂ ਵੀ ਹੁੰਦੀਆਂ ਸੀ। ਪੰਜਾਬ ਜਿਹੜੇ ਬਜ਼ੁਰਗ ਸਾਡੇ ਰਹਿੰਦੇ ਸੀ, ਜਾਂ ਜਿਹੜੇ ਤੁਹਾਡੇ ਚੋਂ ਵੀ ਕੋਈ ਗੁਰਸਿੱਖ ਪਿੰਡਾਂ 'ਚੋਂ ਆਏ, ਉਹਨੂੰ ਪਤਾ ਹੈ ਇਹ ਵੱਡੀ ਚੀਜ਼ ਮੰਨੀ ਜਾਂਦੀ ਸੀ ਵੀ ਖਾਣ ਵਾਸਤੇ ਦਾਣੇ ਹੋਣ ਤੇ ਲਿਆਰਾ ਹੋਵੇ, ਪਸ਼ੂ ਹੋਵੇ, ਕੋਈ ਮਾੜਾ ਮੋਟਾ ਦੁੱਧ ਘਰ ਦਾ ਹੋਵੇ, ਦਹੀਂ ਘਰ ਦਾ ਹੋਵੇ, ਤੇ ਬੜੀ ਵੱਡੀ ਚੀਜ਼ ਹੈ। ਵੀ ਇਹੀ ਹੈ, ਜੇ ਆਪਾਂ ਦੇਖੀਏ ਇਹੀ ਤਾਂ ਚਾਹੀਦਾ, ਪ੍ਰਸ਼ਾਦਾ ਚਾਹੀਦਾ, ਦੁੱਧ ਦਹੀਂ ਚਾਹੀਦਾ, ਤੇ ਫਿਰ ਦੂਜੀਆਂ ਚੀਜ਼ਾਂ ਬਾਅਦ 'ਚ ਨੇ, ਕੱਪੜਾ ਮਕਾਨ। ਤਾਂ ਮਹਾਰਾਜ ਸਾਡੇ ਘਰ ਗਰੀਬੀ ਹੈ, ਕਿਰਪਾ ਕਰੋ। ਕੋਈ ਕਹਿੰਦਾ ਮੇਰੇ ਘਰ ਦੁੱਧ ਕੋਈ ਨਹੀਂ, ਮਹਾਰਾਜ ਕਿਰਪਾ ਕਰਦੇ, ਬਖਸ਼ਿਸ਼ ਬਚਨ ਹੀ ਹੁੰਦਾ ਗੁਰੂ ਅਰਜਨ ਦੇਵ ਦਾ, ਤੇ ਬਸ ਫਿਰ ਲਹਿਰਾਂ ਬਹਿਰਾਂ ਹੋ ਜਾਂਦੀਆਂ। ਹਾਂਜੀ, ਕਿਹ ਕੋ ਦੁੱਖ ਕੱਟ ਹੈ ਤਨ ਰੋਗ। ਤੇ ਕੋਈ ਕਹਿੰਦਾ ਮਹਾਰਾਜ ਮੈਂ ਬਿਮਾਰ ਹਾਂ, ਰੋਗੀ ਹਾਂ, ਮੈਨੂੰ ਰੋਗ ਚਿੰਬੜਿਆ ਹੋਇਆ, ਰੋਗ ਦਵਾਈਆਂ ਬੜੀਆਂ ਖਾਧੀਆਂ, ਬੜੇ ਡਾਕਟਰਾਂ ਵੈਦਾਂ ਹਕੀਮਾਂ ਕੋਲ ਧੱਕੇ ਖਾਧੇ, ਕੋਈ ਦਵਾਈ ਲੱਗਦੀ ਨਹੀਂ, ਬਿਮਾਰੀ ਜਾਂਦੀ ਨਹੀਂ ਮਹਾਰਾਜ, ਤੇ ਕਿਰਪਾ ਕਰੋ ਮੇਰੀ ਬਿਮਾਰੀ ਹਟ ਜਾਵੇ। ਮਹਾਰਾਜ ਕਹਿੰਦੇ ਜਾ ਭਾਈ ਪਰਮੇਸ਼ਰ ਦਾ ਨਾਮ ਜਪਿਆ ਕਰ, ਨਾਮ ਵਰਗਾ ਕੋਈ ਦਾਰੂ ਨਹੀਂ, ਸਰਬ ਲੋਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਨ। ਤੇ ਕਿਰਪਾ ਹੁੰਦੀ, ਰੋਗ ਬਿਮਾਰੀਆਂ ਕੱਟੀਆਂ ਜਾਂਦੀਆਂ ਹਨ। ਹਾਂਜੀ, ਤੇ ਕਿਸ ਕੋ ਸਭ ਜਗ ਕੇ ਭੋਗ। ਤੇ ਕੋਈ ਕਹਿੰਦਾ ਮਹਾਰਾਜ ਮੈਨੂੰ ਸੰਸਾਰ ਦੇ ਸੁੱਖ ਚਾਹੀਦੇ ਨੇ, ਮੇਰੇ ਕੋਲ ਹੈ ਨਹੀਂ, ਤੇ ਮਹਾਰਾਜ ਉੱਤੇ ਕਿਰਪਾ ਕਰਦੇ, ਸਾਰੇ ਸੁੱਖ ਉਹਦੇ ਘਰ 'ਚ ਹੋ ਜਾਂਦੇ ਹਨ। ਵੈਰਾਗ ਨਾਮ ਕਿਸ ਦੇਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੰਗਣ ਵਾਲੇ ਇੱਕ ਤਰ੍ਹਾਂ ਦੇ ਥੋੜਾ ਨੇ, ਕਈ ਉੱਚੀ ਅਵਸਥਾ ਵਾਲੇ ਕਹਿੰਦੇ ਮਹਾਰਾਜ ਮੈਨੂੰ ਵੈਰਾਗ ਦੇ ਦਿਓ, ਵੈਰਾਗ ਮੋਹ ਮਿਟ ਜਾਵੇ, ਮੇਰਾ ਮਨ ਦੁਨੀਆ ਵੱਲੋਂ ਹਟ ਜਾਵੇ, ਧੀਆਂ ਪੁੱਤਰਾਂ ਵਿੱਚ, ਪਤਨੀ ਵਿੱਚ, ਮਾਂ ਪਿਓ ਭੈਣ ਭਰਾ ਵਿੱਚ, ਪੈਸੇ ਵਿੱਚ, ਜ਼ਮੀਨ ਜਾਇਦਾਦ 'ਚ ਮੇਰਾ ਧਿਆਨ ਨਾ ਰਵੇ, ਇਹਨਾਂ ਚੀਜ਼ਾਂ ਤੋਂ ਮਨ ਹਟ ਕੇ ਰੱਬ ਵੱਲ ਲੱਗੇ, ਵੈਰਾਗ ਦਿਓ ਮੈਨੂੰ, ਵੈਰਾਗ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਾ ਭਾਈ ਤੈਨੂੰ ਪਰਮੇਸ਼ਰ ਦਾ ਪਿਆਰ ਮਿਲੇਗਾ, ਦੁਨੀਆ ਵੱਲੋਂ ਵੈਰਾਗ ਹੋਵੇਗਾ। ਉੱਚੀ ਖੇਡ ਹੈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੰਗਣ ਵਾਲੇ, ਇੱਥੇ ਕਈ ਤਰ੍ਹਾਂ ਦੀਆਂ ਮੰਗਣ ਸੰਗਤਾਂ ਹੁੰਦੀਆਂ, ਤੇ ਜਿਹੜੇ ਅਸਲ ਮੰਗ ਹੈ ਉਹ ਹੈ ਵੀ ਉਹੀ ਹੈ ਜਿਹੜੀ ਵੈਰਾਗ ਤੇ ਪ੍ਰੇਮ ਦੀ ਹੈ। ਮਹਾਰਾਜ ਵੈਰਾਗ ਦਿੰਦੇ, ਨਾਮ ਕਿਸ ਦੇ। ਕੋਈ ਕਹਿੰਦਾ ਮਹਾਰਾਜ ਮੈਨੂੰ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਰਵੇ, ਹੋਰ ਕੁਛ ਨਹੀਂ ਚਾਹੀਦਾ, ਅੱਠੇ ਪੈਰ ਮੈਂ ਉਹਦੀ ਵਾਹਿਗੁਰੂ ਦੀ ਬੰਦਗੀ 'ਚ ਲੱਗ ਜਾਵਾਂ, ਤੇ ਉਹਨੂੰ ਨਾਮਦਾਨ ਦਿੰਦੇ ਹਨ ਸਤਿਗੁਰੂ। ਹਾਂਜੀ, ਕਿਸ ਕੇ ਔਰ ਬੇਕਾਰ ਹਰ ਲਈ। ਕੋਈ ਕਹਿੰਦਾ ਮਹਾਰਾਜ ਇੰਨੀ ਉਮਰ ਲੰਘ ਚੱਲੀ ਹੈ, ਮੇਰੇ ਮਨ ਦੇ ਵਿਕਾਰ ਨਹੀਂ ਹਟੇ, ਫੁਰਨੇ ਨਹੀਂ ਮੇਰੇ ਮਿਟੇ, ਕਾਮ ਦਾ ਫੁਰਨਾ, ਕ੍ਰੋਧ ਦਾ ਫੁਰਨਾ, ਇਹ ਲੋਭ ਮੋਹ, ਇਹ ਈਰਖਾ ਬਖੀਲੀ ਮੇਰੇ ਅੰਦਰ ਹਨ। ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰੋ, ਇਹਨਾਂ ਭੈੜੇ ਵਿਕਾਰਾਂ ਤੋਂ ਬਚਾ ਲਓ। ਤੇ ਮਹਾਰਾਜ ਮਿਹਰ ਕਰਦੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਸਿੱਖਾਂ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਦਿੰਦੇ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ, ਅਹੰ ਏਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਪ੍ਰਸੰਨਤਾ ਹੁੰਦੀ ਗੁਰੂ ਦੀ, ਪ੍ਰਸਾਦ ਕਿਰਪਾ ਕਰਦੇ ਨੇ ਗੁਰੂ, ਤੇ ਵਿਕਾਰਾਂ ਨੂੰ ਦੂਰ ਕਰ ਦਿੰਦੇ ਹਨ। ਹਾਂਜੀ, ਸ਼ਾਂਤ ਦਾਤ ਕਿਸ ਧੀਰਜ ਖਿਮਾ। ਕੋਈ ਮਹਾਰਾਜ ਕੋ ਸ਼ਾਂਤੀ ਮੰਗਦਾ, ਮਹਾਰਾਜ ਮੇਰਾ ਮਨ ਸ਼ਾਂਤ ਹੋ ਜਾਏ, ਮੇਰੇ ਮਨ ਦੇ ਫੁਰਨੇ ਮਿਟ ਜਾਣ। ਕੋਈ ਮਹਾਰਾਜ ਉਹ ਧੀਰਜ ਮੰਗਦਾ, ਮਹਾਰਾਜ ਮੇਰਾ ਹੌਸਲਾ ਕੋਈ ਨਹੀਂ, ਮੈਂ ਕਾਹਲਾ ਪੈ ਜਾਂਦਾ, ਮੈਂ ਘਬਰਾ ਜਾਂਦਾ, ਮੈਨੂੰ ਧੀਰਜ ਦਿਓ, ਤੇ ਮਹਾਰਾਜ ਨੂੰ ਧੀਰਜ ਦਿੰਦੇ ਹਨ। ਕੋਈ ਕਹਿੰਦਾ ਮਹਾਰਾਜ ਜੀ ਮੈਂ ਗੁੱਸੇ ਵਾਲਾ ਬੜਾ, ਮੈਨੂੰ ਖਿਮਾ ਦੇ ਦਿਓ। ਗੁੱਸੇ ਨੂੰ ਖਿਮਾ ਮਾਰਦੀ ਹੈ ਸਾਧ ਸੰਗਤ ਜੀ, ਗੁੱਸੇ ਨੂੰ ਮਾਰਨ ਵਾਸਤੇ ਕੋਈ ਦਵਾਈ ਨਹੀਂ ਡਾਕਟਰਾਂ ਕੋਲ, ਗੁੱਸੇ ਨੂੰ ਮਾਰਨ ਦੀ ਖਿਮਾ ਹੈ।
ਅਗਲੇ ਨੂੰ ਮਾਫ ਕਰ ਦੇਣਾ। ਕੋਈ ਨਹੀਂ, ਜਾ ਭਾਈ ਤੂੰ ਵਾਅਦਾ ਕੀਤਾ, ਰੱਬ ਜਾਣੇ ਤੂੰ ਜਾਣੇ, ਤੇਰਾ ਭਲਾ ਹੋਵੇ। ਮਾਫ ਕਰ ਦੇਣਾ ਕਿਸੇ ਨੂੰ, ਇਹਨੂੰ ਕਹਿੰਦੇ ਖਿਮਾ। ਗੁਰੂ ਕੇ ਸਿੱਖ ਮੰਗਦੇ ਆ ਇਹਨਾਂ ਦੈਵੀ ਗੁਣਾਂ ਨੂੰ, ਸੱਚੇ ਪਾਤਸ਼ਾਹ ਮੈਨੂੰ ਵਿਰਾਗ ਦੇ ਦਿਓ, ਮੈਨੂੰ ਤਿਆਗ ਦੇ ਦਿਓ, ਮੈਨੂੰ ਸਿਮਰਨ ਦੀ ਦਾਤ ਦੇ ਦਿਓ, ਮੈਨੂੰ ਧੀਰਜ ਦੇ ਦਿਓ, ਮੈਨੂੰ ਸੰਤੋਖ ਦੇ ਦਿਓ, ਮੈਨੂੰ ਗੁਰੂ ਜੀ ਖਿਮਾ ਦੇ ਦਿਓ। ਜੋ ਕੋਈ ਮੰਗਦਾ ਗੁਰੂ ਸਾਹਿਬ ਦੇਈ ਜਾਂਦੇ, ਜੋ ਮੰਗੇ ਠਾਕਰ ਆਪਣੇ ਤੇ। ਹਾਂਜੀ, ਦਇਆ ਸੰਤੋਸ਼ ਦਇਓ ਕਿਸ ਜਮਾ। ਕਿਸੇ ਨੂੰ ਦਇਆ ਦਿੰਦੇ ਨੇ, ਦਇਆ ਕਰਨੀ, ਜੀ ਦਇਆ ਪ੍ਰਵਾਨ। ਦੁਖੀ ਨੂੰ ਵੇਖ ਕੇ ਦਿਲ 'ਚ ਦਇਆ ਆ ਜਾਣੀ, ਬਿਮਾਰ ਨੂੰ ਵੇਖ ਕੇ ਦਇਆ ਆ ਜਾਣੀ, ਗਰੀਬ ਨੂੰ ਵੇਖ ਕੇ ਦਇਆ ਆ ਜਾਣੀ। ਸਾਧ ਸੰਗਤ ਜੀ, ਜਿਹੜੇ ਦਇਆਵਾਨ ਪੁਰਸ਼ ਨੇ ਨਾ, ਜਦੋਂ ਰੋਟੀ ਖਾਣ ਲੱਗਦੇ ਨਾ, ਇੱਥੇ ਅਮਰੀਕਾ ਵਿੱਚ, ਕੈਨੇਡਾ 'ਚ ਬੈਠੇ ਸਾਨੂੰ ਮਹਾਰਾਜ ਨੇ ਖਾਣ ਨੂੰ ਬੜਾ ਦਿੱਤਾ। ਤੇ ਕਦੀ ਨਾ ਯਾਦ ਕਰ ਲਿਆ, ਕਦੀ ਆਪਣੇ ਪੰਜਾਬ ਵਿੱਚ, ਹਿੰਦੁਸਤਾਨ ਜਿਹੜੇ ਲੋਕ ਵਿਚਾਰੇ ਰੁੱਖੀ ਰੋਟੀ ਵੀ ਨਹੀਂ ਲੱਭਦੀ, ਤੇ ਉਹਨਾਂ ਨੂੰ ਯਾਦ ਕਰਕੇ ਨਾ ਇੱਦਾਂ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਦੇਈ, ਸਭ ਨੂੰ ਦੇਈ, ਜਿੱਥੇ ਜਿੱਥੇ ਕੋਈ ਬੈਠਾ ਦੁਨੀਆ ਭਰ ਵਿੱਚ ਸਭ ਨੂੰ ਚੰਗੀ ਰੋਟੀ ਦੇ। ਇਹ ਦਇਆ ਦਾ ਭਾਵ ਸਾਡੇ ਮਨ 'ਚ ਪੈਦਾ ਹੋਣਾ ਚਾਹੀਦਾ। ਆਖੋ ਵਾਹਿਗੁਰੂ। ਇਹ ਗੁਰੂ ਕੇ ਸਿੱਖ ਮੰਗਦੇ ਆ, ਮਹਾਰਾਜ ਮੇਰੇ ਮਨ 'ਚ ਦਇਆ ਆਵੇ, ਸੰਤੋਖ ਆਵੇ। ਹਾਂਜੀ, ਭਾਉ ਭਗਤ ਸਿਮਰਨ ਸਤਨਾਮ। ਕਿਸੇ ਨੂੰ ਮਹਾਰਾਜ ਪ੍ਰੇਮਾ ਭਗਤੀ ਦਿੰਦੇ ਹਨ, ਸਤਨਾਮ ਸਿਮਰਨ ਦੀ ਦਾਤ ਦਿੰਦੇ ਹਨ। ਹਾਂਜੀ, ਨਾਨ ਦਾਨ ਸਚ ਸੰਜਮ ਸਮ। ਕੋਈ ਕਹਿੰਦਾ ਮਹਾਰਾਜ ਮੈਨੂੰ ਅੰਮ੍ਰਿਤ ਵੇਲੇ ਦਾ ਇਸ਼ਨਾਨ ਬਖਸ਼ੋ, ਸਵਾ ਪਹਿਰ ਰਾਤ ਰਹਿੰਦੀ ਉੱਠਣਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ, ਮੈਂ ਇਸ਼ਨਾਨ ਕਰਾਂ। ਉਹ ਕਈ ਮੇਰੇ ਵਰਗੇ ਹੁੰਦੇ ਦਲਿਦਰੀ, ਨਹਾਉਣ ਤੋਂ ਵੀ ਪਰੇ। ਹੁਣ ਤਾਂ ਚਲੋ ਸਹੂਲਤਾਂ ਜਿਹੀਆਂ ਹੋ ਗਈਆਂ ਨਾ, ਥੋੜੇ ਪਾਣੀ ਗਰਮ ਮਿਲ ਜਾਂਦਾ, ਤੇ ਆਪਾਂ ਹੌਸਲਾ ਕਰਕੇ, ਪਿੰਡਾਂ 'ਚ ਹੁੰਦਾ ਸੀ ਪਹਿਲਾਂ ਪਾਣੀ ਠੰਡਾ ਹੁੰਦਾ ਸੀ, ਤੇ ਡਰਦੇ ਮਾਰੇ ਰਜਾਈ 'ਚੋਂ ਨਿਕਲਣਾ ਹੀ ਨਹੀਂ, ਉਹ ਠਰ ਜਾਂਗੇ, ਪਤਾ ਨਹੀਂ ਕੀ ਹੋ ਜਾਏਗਾ। ਸਾਡਾ ਇੱਕ ਭਰਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਤੂੰ ਨਹਾਉਂਦਾ ਰਹਿਣਾ ਨਾ ਜ਼ਿਆਦਾ, ਕਹਿੰਦੇ ਤਾਂ ਪਤਲਾ ਹੈ ਤੂੰ, ਕਹਿੰਦਾ ਤੇ ਕਹਿੰਦਾ ਮੈਂ ਤਗੜਾ ਆ। ਇੱਕ ਤਾਂ ਕਹਿੰਦੇ ਪਾਣੀ ਪਾਣਾ ਪਿੰਡੇ ਤੇ ਇੱਕ ਤੂੰ ਮੈਲ ਲੈ ਜਾਣੀ ਆ, ਅੱਧਾ ਭਾਰ ਤੇ ਉਹਨੇ ਘਟਾ ਦੇਣਾ ਕਹਿੰਦਾ, ਤੇ ਬਾਕੀ ਕਹਿੰਦਾ ਠਰ ਕੇ ਜਦੋਂ ਠਰੂ ਕਰਨਾ ਉਦੋਂ ਹੋਰ ਖੂਨ ਸੁੱਕਣਾ। ਤੇ ਕਈ ਮਹੀਨਾ ਨਹਾਉਂਦੇ ਹੀ ਨਹੀਂ ਸੀ ਹੁੰਦੇ। ਉਹ ਲੋਕਾਂ ਨੇ ਸਲੋਕ ਬਣਾਏ ਹੋਏ ਨੇ, ਕਹਿੰਦੇ ਵੀ 5 ਇਸ਼ਨਾਨਾ ਮਹਾ ਗਿਆਨਾ, ਹੱਥ ਪੈਰ ਧੋ ਲੈ, ਮੂੰਹ ਧੋ ਲਿਆ, ਕਹਿੰਦੇ ਇੰਨਾ ਹੀ ਬੜਾ। 5 ਇਸ਼ਨਾਨਾ ਮਹਾ ਗਿਆਨਾ, ਨਿਤ ਨਹਾਵਣ ਦਲਿਦਰੀ, ਹਫਤਾ ਵਾਰੀ ਬ੍ਰਹਮ ਗਿਆਨੀ, ਸਾਲ ਪਿੱਛੋਂ ਉਦਮੀ। ਇਹੋ ਜਿਹੇ ਜਿਹੜੇ ਮਹੀਨੇ 6 ਮਹੀਨੇ ਨਹਾਉਣ ਵਾਲੇ ਲੋਕ ਨੇ, ਉਹਨਾਂ ਨੂੰ ਵੀ ਗੁਰੂ ਸਾਹਿਬ ਕਿਰਪਾ ਕਰਦੇ, ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਜ਼ਰੂਰ ਕਰਿਆ ਕਰੋ। ਇਸ਼ਨਾਨ ਕੇਸੀ ਇਸ਼ਨਾਨ ਕਰੋ ਤੇ ਹੋਰ ਜ਼ਿਆਦਾ ਫਲ ਹੈ ਉਹਦਾ। ਕੇਸਾਂ ਵਿੱਚ ਜਲ ਪਾਓ ਸਿਰ ਦੇ ਵਿੱਚ, ਤੇ ਉਹਦਾ ਤਾਂ ਲਿਖਿਆ ਵੀ ਮੋਇਆ ਜੀਵਦਿਆਂ ਗਤ ਹੋਵੇ, ਜਾਂ ਸਿਰ ਪਾਈਏ ਪਾਣੀ। ਗੁਰੂ ਨਾਨਕ ਦੇਵ ਜੀ ਦੇ ਬਚਨ ਹਨ। ਹਾਂਜੀ, ਬ੍ਰਹਮ ਗਿਆਨ ਕਿਸ ਕੇ ਔਰ ਦੇਤ। ਤੋ ਕਿਸੇ ਨੂੰ ਦਾਨ ਦੀ ਦਾਤ, ਕਿਸੇ ਨੂੰ ਬ੍ਰਹਮ ਗਿਆਨ ਦੀ ਦਾਤ ਦਿੰਦੇ ਹਨ। ਕਿਸ ਹੰਤਾ ਮਮਤਾ ਹਰ ਲੇਤ। ਕਿਸੇ ਦੇ ਮਨ ਚੋਂ ਹੰਤਾ ਮਮਤਾ, ਮਹਾਰਾਜ ਮੈਨੂੰ ਹੰਕਾਰ ਬੜਾ, ਮਹਾਰਾਜ ਕਿਰਪਾ ਕਰਦੇ, ਉਹਨੇ ਮਨ ਚੋਂ ਹੰਕਾਰ ਹੀ ਖਤਮ ਕਰ ਦਿੰਦੇ, ਮਮਤਾ ਹੀ ਖਤਮ ਕਰ ਦਿੰਦੇ। ਇਹ ਚੀਜ਼ ਮੇਰੀ ਹੈ, ਪਰਿਵਾਰ ਮੇਰਾ, ਇਹ ਚੀਜ਼ਾਂ ਘਰ-ਬਾਰ ਦਾ ਮੋਹ ਮਿਟਾ ਦਿੰਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੀਆਂ ਦਾਤਾਂ ਬਹੁਤ ਹਨ, ਅੱਗੇ ਚੱਲ ਕੇ ਜ਼ਿਕਰ ਆਉਣਾ। ਇੱਕ ਥੋੜਾ, ਤੇ ਮੰਗਣ ਵਾਲੇ ਵੀ ਬੜੇ ਨੇ, ਤੇ ਦੇਣ ਵਾਲਾ ਦਾਤਾ ਸਾਰਿਆਂ ਨੂੰ ਦੇਈ ਜਾਂਦਾ। ਸਭਨਾਂ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਸਤਿਗੁਰੂ ਜੀ ਦੀ ਇਹ ਪਾਵਨ ਕਥਾ ਇਸੇ ਤਰ੍ਹਾਂ ਜਾਰੀ ਰਹੇਗੀ। ਆਪਾਂ ਗੁਰੂ ਚਰਨਾਂ 'ਚ ਬੈਠ ਕੇ ਰੋਜ਼ ਆਨੰਦ ਮਾਣਾਂਗੇ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ।